सुन शब्द विचारा। ਵੀਕਲੀ ਲੜੀਵਾਰ ਸ਼ੋਅ ਗੁਰਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਮੈਂ ਹਾਂ ਸੁਖਮਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਗਿਆਨ ਦਾ ਨਗਾਰਾ ਸ਼ੋਅ ਦਾ 15ਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਤੁਹਾਡੇ ਵਿੱਚੋਂ ਜੇ ਕੋਈ ਸਾਡੇ ਪਿਛਲੇ 14 ਐਪੀਸੋਡ ਨਹੀਂ ਦੇਖ ਸਕੇ ਤਾਂ ਉਹ ਸਾਡੇ YouTube ਚੈਨਲ ਗੁਰਗਿਆਨ TV ਤੇ ਜਾ ਕੇ ਪਲੇਲਿਸਟ ਗੁਰਗਿਆਨ ਦਾ ਨਗਾਰਾ ਵਿੱਚੋਂ ਦੇਖ ਸਕਦੇ ਹਨ। YouTube ਤੇ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਜੀ ਅਤੇ ਸਾਡੇ YouTube ਚੈਨਲ ਗੁਰਗਿਆਨ TV ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਤੁਸੀਂ ਸਾਡੇ YouTube ਚੈਨਲ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਵੀ ਕਰ ਸਕਦੇ ਹੋ। ਇਸ ਓਪਰਚੁਨਿਟੀ ਨੂੰ ਮਿਸ ਨਹੀਂ ਕਰਨਾ ਚਾਹੀਦਾ ਅਤੇ ਹਰੇਕ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਡੇ ਸਹਿਯੋਗ ਦਾ ਸਦਕਾ ਗੁਰਗਿਆਨ ਦਾ ਨਗਾਰਾ ਸ਼ੋਅ ਦੇਖਣ ਵਾਲੇ ਦਰਸ਼ਕਾਂ ਵੱਲੋਂ ਸਾਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਮਹੀਨੇ ਦਾ ਦੂਜਾ ਹਫ਼ਤਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦੂਜੇ ਹਫ਼ਤੇ ਇਤਿਹਾਸ ਵਿੱਚੋਂ ਇੱਕ ਸਾਖੀ ਆਪ ਜੀ ਨਾਲ ਸਾਂਝੀ ਕੀਤੀ ਜਾਂਦੀ ਹੈ। ਅੱਜ ਨਿਊ ਜਨਰੇਸ਼ਨ ਸਾਇੰਟੀਫਿਕ ਯੁੱਗ ਵਿੱਚ ਜੀਵਨ ਜਿਉ ਰਹੀ ਹੈ। ਉਹਨਾਂ ਨੂੰ ਧਰਮ ਨਾਲ ਜੋੜਨ ਲਈ ਗੁਰਬਾਣੀ ਅਤੇ ਗੁਰੂ ਇਤਿਹਾਸ ਨੂੰ ਅੱਜ ਦੀ ਮਾਡਰਨ ਲਾਈਫ ਨਾਲ ਰੈਲੇਵੈਂਟ ਕਰਕੇ ਸਮਝਾਉਣਾ ਪਵੇਗਾ। ਧਰਮ ਦੀ ਹਰ ਗੱਲ ਨੂੰ ਸਮਝਾਉਣ ਵਾਸਤੇ ਦਲੀਲ ਦੇ ਕੇ ਕਨਵਿੰਸ ਕਰਵਾਉਣਾ ਪਵੇਗਾ। ਸਾਨੂੰ ਬਹੁਤ ਖੁਸ਼ੀ ਹੈ ਕਿ ਗਿਆਨੀ ਰਾਮ ਸਿੰਘ ਜੀ ਚਹਿਲਾਂ ਭਾਵੇਂ ਗੁਰਬਾਣੀ ਦੇ ਵਿਚਾਰ ਕਰਦੇ ਹਨ ਅਤੇ ਭਾਵੇਂ ਗੁਰੂ ਇਤਿਹਾਸ ਜਾਂ ਗੁਰਮਤਿ ਦੀ ਵਿਚਾਰ ਕਰਦੇ ਹਨ, ਉਹ ਅਜੋਕੀ ਲਾਈਫ ਨਾਲ ਰੈਲੇਵੈਂਟ ਕਰਕੇ ਹੀ ਸਮਝਾਉਂਦੇ ਨੇ। ਉਹਨਾਂ ਦੀ ਵਿਚਾਰ ਵਿੱਚ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਉਹ ਅਜੋਕੇ ਜੀਵਨ ਦੀਆਂ ਬਾ ਕਮਾਲ ਦਲੀਲਾਂ ਦੇ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਜਦੋਂ ਸਮਝਾਉਂਦੇ ਹਨ ਤਾਂ ਭਾਵੇਂ ਕੋਈ ਬਜ਼ੁਰਗ ਹੋਵੇ ਜਾਂ ਨੌਜਵਾਨ ਹੋਵੇ ਅਤੇ ਇੱਥੋਂ ਤੱਕ ਕਿ ਭਾਵੇਂ ਕੋਈ ਬੱਚਾ ਸੁਣ ਰਿਹਾ ਹੋਵੇ, ਸਭ ਨੂੰ ਸੌਖੀ ਸਮਝ ਵੀ ਆਉਂਦੀ ਹੈ। ਆਓ ਗਿਆਨੀ ਰਾਮ ਸਿੰਘ ਚਹਿਲਾਂ ਜੀ ਤੋਂ ਅੱਜ ਇੱਕ ਹੋਰ ਨਵੀਂ ਸਾਖੀ ਸਰਵਣ ਕਰੀਏ ਜੀ। ਗੁਰਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਦਾ, ਸਾਡੇ ਸਪਾਂਸਰਸ ਦਾ, ਸਮੁੱਚੀ ਟੀਮ ਦਾ ਅਤੇ ਸਾਡੀ ਬੇਟੀ ਸੁਖਮਨ ਕੌਰ ਹੋਸਟ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਹੀਨੇ ਦਾ ਦੂਜਾ ਹਫ਼ਤਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲੇ ਹਫ਼ਤੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਪਾਵਨ ਪਵਿੱਤਰ ਗੁਰਬਾਣੀ ਦਾ ਗੁਰਗਿਆਨ ਦੇ ਮੋਤੀਆਂ ਦਾ ਖਜ਼ਾਨਾ ਹੈ, ਉਹਦੇ ਵਿੱਚੋਂ ਆਪਾਂ ਸਿੱਖਿਆਵਾਂ ਸਮਝਣ ਦਾ ਯਤਨ ਕਰਦੇ ਹਾਂ। ਦੂਜੇ ਹਫ਼ਤੇ ਇਤਿਹਾਸ ਵਿੱਚੋਂ ਇੱਕ ਸਾਖੀ, ਉਸ ਸਾਖੀ ਦੀ ਰੂਹ ਤੇ ਉਸ ਸਾਖੀ ਵਿੱਚੋਂ ਸਿੱਖਿਆ। ਤੀਸਰੇ ਹਫ਼ਤੇ ਆਪਾਂ ਗੁਰਮਤਿ ਦਾ ਨੁਕਤਾ ਅਤੇ ਚੌਥੇ ਹਫ਼ਤੇ ਸਾਡੇ ਨੌਜਵਾਨ ਪੁੱਤਰਾਂ ਧੀਆਂ ਵਾਸਤੇ, ਨੌਜਵਾਨ ਪੀੜ੍ਹੀ ਵਾਸਤੇ ਉਹ ਆਪਣੇ ਬੱਚਿਆਂ ਦੀ ਪੇਰੈਂਟਿੰਗ ਕਿਵੇਂ ਕਰਨ, ਗੁਰਬਾਣੀ ਅਤੇ ਗੁਰ ਇਤਿਹਾਸ ਦੇ ਝਰੋਖੇ ਵਿੱਚੋਂ ਉਹਨਾਂ ਦੇ ਨਾਲ ਪੇਰੈਂਟਿੰਗ ਦੇ ਨੁਕਤੇ ਆਪਾਂ ਸਾਂਝੇ ਕਰਦੇ ਹਾਂ। ਅੱਜ ਦੂਜਾ ਹਫ਼ਤਾ ਹੈ। ਦੂਜੇ ਹਫ਼ਤੇ ਇੱਕ ਸਾਖੀ। ਜਦੋਂ ਵੀ ਅਸੀਂ ਗੁਰ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ ਤਾਂ ਉੱਥੇ ਕੋਈ ਨਾ ਕੋਈ ਵਰਤਾਰਾ ਵਾਪਰਿਆ ਹੁੰਦਾ ਹੈ, ਕੋਈ ਹੈਪਨਿੰਗ ਹੋਈ ਹੁੰਦੀ ਹੈ। ਉਸ ਹੈਪਨਿੰਗ ਨਾਲ ਰਿਲੇਟਡ ਕੈਰੈਕਟਰਸ ਹੁੰਦੇ ਨੇ ਅਤੇ ਇੱਕ ਪਾਸੇ ਗੁਰੂ ਸਾਹਿਬ ਹੁੰਦੇ ਨੇ। ਗੁਰੂ ਸਾਹਿਬ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ ਦਾ ਅਸਰ ਉਹਨਾਂ ਕਰੈਕਟਰਸ 'ਤੇ ਪੈਂਦਾ ਹੈ। ਉਹਨਾਂ ਦੇ ਜੀਵਨ, ਉਹਨਾਂ ਦੀ ਸੋਚ, ਸੁਭਾਅ ਘੜੇ ਜਾਂਦੇ ਨੇ। ਫਿਰ ਉਹਨਾਂ ਗੁਰਸਿੱਖਾਂ ਦੇ ਜਿਹੜੇ ਵਰਤਾਰੇ ਨੇ ਉਹ ਸਾਖੀ ਦਾ ਪਾਤਰ ਬਣਦੇ ਨੇ। ਅੱਜ ਆਪਾਂ ਇੱਕ ਸੀਨ ਇਤਿਹਾਸ ਵਿੱਚੋਂ ਦੇਖਣਾ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਮੋਦੀਖਾਨੇ ਦੀ ਜੌਬ ਕਰ ਰਹੇ ਨੇ। ਪਿਛਲੇ ਮਹੀਨੇ ਆਪਾਂ ਵਿਚਾਰਿਆ ਸੀ ਕਿ 12 ਸਾਲ ਉਹਨਾਂ ਨੇ ਮੋਦੀਖਾਨੇ ਦੀ ਜੌਬ ਕੀਤੀ ਹੈ। ਜਦੋਂ 5 ਸਾਲ ਹੋ ਗਏ ਸਨ ਗੁਰੂ ਪਾਤਸ਼ਾਹ ਨੂੰ ਮੋਦੀਖਾਨਾ ਚਲਾਉਂਦਿਆਂ, ਅਤੇ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਮਹਿਤਾ ਕਾਲੂ ਜੀ ਭੇਜਦੇ ਨੇ ਅਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਰਹਿਣਾ ਸ਼ੁਰੂ ਕਰ ਦਿੰਦੇ ਨੇ। ਅਤੇ ਗੁਰੂ ਪਾਤਸ਼ਾਹ ਰਬਾਬ ਦੇ ਨਾਲ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਅਤੇ ਗੁਰੂ ਪਾਤਸ਼ਾਹ ਸ਼ਬਦ ਕੀਰਤਨ ਗਾਉਂਦੇ ਨੇ। ਉਹ ਰੱਬੀ ਉਪਦੇਸ਼, ਰੱਬੀ ਬਾਣੀ ਦੀ ਵਿਆਖਿਆ ਕਰਦੇ ਨੇ। ਇੱਦਾਂ ਕਹਿ ਲਓ ਕਿ ਆਫਿਸ ਆਵਰ ਤੋਂ ਪਹਿਲਾਂ ਅਤੇ ਆਫਿਸ ਆਵਰ ਤੋਂ ਬਾਅਦ ਉਸ ਮੋਦੀਖਾਨੇ ਦੀ ਜੌਬ ਤੋਂ ਦੇ ਸ਼ੁਰੂਆਤ ਸਮੇਂ ਤੋਂ ਪਹਿਲਾਂ ਅਤੇ ਉਸ ਸਮੇਂ ਦੀ ਸਮਾਪਤੀ 'ਤੇ ਇੱਕ ਦੀਵਾਨ ਸਜਦਾ ਹੈ। ਸ਼ੁਰੂਆਤ ਵਿੱਚ ਮੋਦੀਖਾਨੇ ਦੇ ਕੋਲ ਹੀ ਸਜਦਾ ਹੈ। ਲੋਕ ਪਿੰਡ ਦੇ ਆਉਂਦੇ ਨੇ
ਫਿਰ ਕਦੀ ਕਿਸੇ ਗਲੀ ਵਿੱਚ, ਕਦੀ ਕਿਸੇ ਗਲੀ ਵਿੱਚ, ਫਿਰ ਦੂਰੋਂ ਦੂਰੋਂ ਲੋਕਾਂ ਨੇ ਆਉਣਾ ਸ਼ੁਰੂ ਕਰ ਦਿੱਤਾ। ਇਹ ਤਾਂ ਗੱਲ ਪੱਕੀ ਹੈ, ਜਿੱਥੇ ਵੀ ਗਿਆਨ ਜੀਵਨ ਨੂੰ ਦਿਸ਼ਾ ਦੇਣ ਵਾਸਤੇ, ਸੋਚ ਸੁਭਾਅ ਨੂੰ ਕਰਨ ਵਾਸਤੇ ਗਿਆਨ ਵੰਡਿਆ ਜਾਏਗਾ, ਉੱਥੇ ਸੁਣਨ ਵਾਲੇ ਤਾਂ ਆਪਣੇ ਆਪ ਜੁੜਦੇ ਨੇ, ਕਿਉਂਕਿ ਹਰ ਇੱਕ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ, ਸੋਝੀ ਪ੍ਰਾਪਤ ਕਰਨਾ ਚਾਹੁੰਦਾ ਹੈ, ਤਰੱਕੀਆਂ ਕਰਨੀਆਂ ਚਾਹੁੰਦਾ ਹੈ। ਅਤੇ ਜਦੋਂ ਪਤਾ ਲੱਗਦਾ ਕਿ ਅਸਲੀ ਤਰੱਕੀ ਸੋਚ ਅਤੇ ਸੁਭਾਅ ਨੂੰ ਸੰਵਾਰਨਾ, ਸ਼ਿੰਗਾਰਨਾ, ਘੜਨਾ ਹੈ, ਆਪਣੇ ਅੰਦਰੋਂ ਸੋਚ ਉੱਚੀ ਕਰਨੀ, ਸੁਭਾਅ ਉੱਚਾ ਕਰਨਾ, ਵਿਚਾਰ ਉੱਚੇ ਕਰਨੇ, ਭਾਵਨਾਵਾਂ ਉੱਚੀਆਂ ਕਰਨੀਆਂ, ਇਹ ਅਸਲੀ ਤਰੱਕੀ ਹੈ। ਅਤੇ ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੁੰਦੀਆਂ ਨੇ ਅਤੇ ਨੈਚੁਰਲੀ ਹਰ ਕੋਈ ਸੁਣਨਾ ਚਾਹੁੰਦਾ ਹੈ ਅਤੇ ਉਹ ਇਕੱਠ ਵੱਧਦਾ ਜਾਂਦਾ ਹੈ, ਉਹਨੂੰ ਸਤਸੰਗਤ ਕਹਿੰਦੇ ਹਨ। ਫਿਰ ਹੌਲੀ ਹੌਲੀ ਇਹ ਗੱਲਾਂ ਦੂਰ ਦੂਰ ਤੱਕ ਜਾਣੀਆਂ ਸ਼ੁਰੂ ਹੋਈਆਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਿੰਨੇ ਵੀ ਉੱਥੇ ਮੋਦੀ ਸਨ, ਮੋਦੀ ਮੀਨਸ ਸੇਲਜ਼ ਮੈਨੇਜਰ, ਉਹ ਜਿਹੜਾ ਮੋਦੀ ਖਾਨਾ ਸੀ, ਗਵਰਨਮੈਂਟ ਦੀ ਸ਼ੌਪ ਸੀ, ਜਿੰਨੇ ਪਹਿਲਾਂ ਮੋਦੀ ਸਨ ਉਹ ਪਹਿਲਾਂ ਤਾਂ ਅਮੀਰਾਂ ਨੂੰ ਦੇ ਦਿੰਦੇ ਸੀ, ਅਮੀਰਾਂ ਤੋਂ ਆਪਣੇ ਕੰਮ ਲੈ ਲੈਂਦੇ ਸੀ, ਇੱਕ ਤਰ੍ਹਾਂ ਦੀ ਕਰਪਸ਼ਨ ਹੀ ਸੀ। ਅਤੇ ਗਰੀਬਾਂ ਬਾਰੇ ਕਹਿ ਦਿੰਦੇ ਸੀ ਮੁੱਕ ਗਿਆ, ਗਰੀਬਾਂ ਨੂੰ ਵਿਚਾਰਿਆਂ ਨੂੰ ਮਿਲਦਾ ਨਹੀਂ ਸੀ। ਜੇ ਕਿਸੇ ਕੋਲ ਪੈਸਾ ਨਹੀਂ ਹੈ, ਦੇਣ ਵਾਸਤੇ ਕੁਛ ਨਹੀਂ ਹੈ, ਅਤੇ ਉਹਨੂੰ ਤਾਂ ਦਿੰਦੇ ਹੀ ਨਹੀਂ ਸੀ। ਉਹ ਜਿੰਨੇ ਵੀ ਨਵਾਬ ਦੌਲਤ ਖਾਨ ਨੇ ਉੱਥੇ ਮੋਦੀ ਰੱਖੇ ਸਨ, ਸੇਲਜ਼ ਮੈਨੇਜਰ ਰੱਖੇ ਸਨ, ਹਰ ਇੱਕ ਦੀ ਕੋਈ ਨਾ ਕੋਈ ਸ਼ਿਕਾਇਤ ਆਉਂਦੀ ਸੀ ਅਤੇ ਉਹ ਡਿਸਸੈਟਿਸਫਾਈਡ ਹੁੰਦਾ ਸੀ ਕਿ ਮੇਰੇ ਇਸ ਗਵਰਨਮੈਂਟ ਦੀ ਸ਼ੌਪ ਵਿੱਚ ਕਰਪਸ਼ਨ ਕਿਉਂ ਹੁੰਦੀ ਆ, ਜੋ ਆਉਂਦਾ ਕਰਪਸ਼ਨ ਕਰਨ ਲੱਗ ਜਾਂਦਾ। ਪਰ ਗੁਰੂ ਨਾਨਕ ਪਾਤਸ਼ਾਹ ਦਾ ਤਰੀਕਾ ਤਾਂ ਵੱਖਰਾ ਸੀ। ਉਹ ਨਾ ਤਾਂ ਇਹ ਦੇਖਦੇ ਸੀ ਇਹ ਕੋਈ ਅਮੀਰ ਹੈ, ਨਾ ਇਹ ਦੇਖਦੇ ਸੀ ਕੋਈ ਗਰੀਬ ਹੈ, ਨਾ ਕਿਸੇ ਗਰੀਬ ਨੂੰ ਅਹਿਸਾਸ ਹੋਣ ਦਿੰਦੇ ਸੀ ਕਿ ਤੂੰ ਨੀਵਾਂ ਹੈ, ਅਤੇ ਨਾ ਕਿਸੇ ਅਮੀਰ ਨੂੰ ਇਹ ਅਹਿਸਾਸ ਹੋਣ ਦਿੰਦੇ ਸੀ ਕਿ ਉਸ ਇਸ ਅਹਿਸਾਸ ਦੇ ਵਿੱਚ ਹੰਕਾਰ ਹੀ ਪੈਦਾ ਕਰ ਲਵੇ। ਇਸ ਲਈ ਗੁਰੂ ਪਾਤਸ਼ਾਹ ਦੀਆਂ ਨਜ਼ਰਾਂ ਸਾਰੇ ਬਰਾਬਰ ਸਨ। ਸਗੋਂ ਸਤਿਗੁਰੂ ਜੀ ਗਰੀਬਾਂ 'ਤੇ ਜ਼ਿਆਦਾ ਧਿਆਨ ਰੱਖਦੇ ਸਨ ਅਤੇ ਗਰੀਬਾਂ ਨੂੰ ਪਹਿਲਾਂ ਦਿੰਦੇ ਸਨ। ਕੋਈ ਅਮੀਰ ਗਰੀਬੀ ਨਹੀਂ ਸੀ ਦੇਖਦੇ। ਜੇ ਕਿਸੇ ਕੋਲ ਪੈਸਾ ਨਹੀਂ ਤਾਂ ਗੁਰੂ ਪਾਤਸ਼ਾਹ ਆਪਣੀ ਤਨਖਾਹ ਦੇ ਵਿੱਚੋਂ ਵੀ ਉਹਨਾਂ ਨੂੰ ਮੁਫਤ ਦੇ ਦਿੰਦੇ ਸੀ, ਫ੍ਰੀ ਦੇ ਦਿੰਦੇ ਸੀ। ਇੱਕ ਤਾਂ ਬਤੌਰ ਸੇਲਜ਼ ਮੈਨੇਜਰ, ਬਤੌਰ ਮੋਦੀ, ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਦੂਰ ਦੂਰ ਤੱਕ ਚਰਚਾ ਹੋਈ, ਦੂਰ ਦੂਰ ਤੱਕ ਲੋਕ ਸ਼ਲਾਘਾ ਕਰਨ ਲੱਗ ਪਏ। ਆਸ-ਪਾਸ ਦੇ ਪਿੰਡਾਂ ਦੇ ਵਿੱਚ ਇਹ ਚਰਚਾ ਚਲੀ ਗਈ ਵੀ ਇਹੋ ਜਿਹਾ ਮੋਦੀ ਕਦੀ ਨਹੀਂ ਆਇਆ। ਉਹ ਗਵਰਨਮੈਂਟ ਦੀ ਸ਼ੌਪ ਮੋਦੀ ਖਾਨੇ ਦੇ ਵਿੱਚ ਇਹੋ ਜਿਹਾ ਸੇਲਜ਼ ਮੈਨੇਜਰ ਕਦੀ ਨਹੀਂ ਦੇਖਿਆ, ਜਿਹੜਾ ਅਮੀਰ ਗਰੀਬ ਸਭ ਨੂੰ ਇੱਕੋ ਜਿਹੀ ਨਜ਼ਰ, ਇੱਕੋ ਜਿਹੀ ਭਾਵਨਾ ਨਾਲ ਦੇਖਦਾ ਹੋਵੇ ਅਤੇ ਗਰੀਬਾਂ 'ਤੇ ਤਰਸ ਕਰਕੇ ਫ੍ਰੀ ਵੀ ਦਿੰਦਾ ਹੋਵੇ। ਅਤੇ ਦੂਸਰਾ ਇਹ ਤਾਂ ਕਮਾਲ ਸੀ ਕਿ ਉਹ ਮੋਦੀ ਖਾਨੇ ਦੀ ਜੌਬ ਸ਼ੁਰੂ ਹੋਣ ਤੋਂ ਪਹਿਲਾਂ, ਆਫਿਸ ਆਵਰ ਤੋਂ ਪਹਿਲਾਂ ਦੀਵਾਨ ਸਜਾਉਂਦੇ ਨੇ, ਫਿਰ ਸ਼ਾਮ ਨੂੰ ਮੋਦੀ ਖਾਨੇ ਦੀ ਜੌਬ ਤੋਂ ਬਾਅਦ ਫਿਰ ਦੀਵਾਨ ਸਜਾਉਂਦੇ ਨੇ। ਕਮਾਲ ਹੈ। ਅੱਜ ਦੇ ਯੁੱਗ ਵਿੱਚ ਵੀ ਆਪਾਂ ਦੇਖਦੇ ਹਾਂ, ਅਗਰ ਕੋਈ ਗ੍ਰਸਤੀ ਬੰਦਾ ਆਪਣਾ ਕੋਈ ਕਾਰੋਬਾਰ ਕਰਦਾ ਹੈ, ਉਹ ਆਪਣੀ ਕੋਈ ਜੌਬ ਕਰਦਾ ਹੈ ਅਤੇ ਨਾਲ ਦੁਨੀਆ ਨੂੰ ਸਹੀ ਦਿਸ਼ਾ ਦੇਣ ਵਾਸਤੇ ਉਹ ਪ੍ਰਵਚਨ ਕਰਦਾ ਹੋਵੇ, ਲੋਕਾਂ ਦੀ ਜ਼ਹਿਨੀਅਤ ਵਿੱਚ ਬਚਨ ਉਸਾਰਦਾ ਹੋਵੇ, ਅਤੇ ਲੋਕ ਕਹਿੰਦੇ ਨੇ ਬੜੀ ਸੱਚੀ ਸੁੱਚੀ ਸੇਵਾ ਹੈ। ਹੁਣ ਇੱਕ ਪਾਸੇ ਤਾਂ ਉਹਨਾਂ ਦਾ ਮੋਦੀ ਦੀ ਡਿਊਟੀ ਕਰਨੀ ਇੱਕ ਇਮਾਨਦਾਰੀ 'ਤੇ ਖੜੀ ਸੀ, ਇੱਕ ਦਇਆ ਤਰਸ 'ਤੇ ਖੜੀ ਸੀ, ਲੋਕਾਂ ਦੇ ਸਰਬੱਤ ਦੇ ਭਲੇ ਦੀ ਭਾਵਨਾ 'ਤੇ ਖੜੀ ਸੀ। ਦੂਜੇ ਪਾਸੇ ਰੱਬੀ ਉਪਦੇਸ਼ ਉਹਨਾਂ ਨੂੰ ਸੁਣਾ ਕੇ ਮਨ ਨੂੰ ਸ਼ਾਂਤੀ ਮਿਲਣੀ, ਮਨ ਦੇ ਅੰਦਰ ਇੱਕ ਸਕੂਨ ਮਿਲਣਾ, ਇੱਕ ਆਨੰਦ ਮਿਲਣਾ, ਇਹਦੀ ਚਰਚਾ ਦੂਰ ਦੂਰ ਤੱਕ ਹੋਣ ਲੱਗ ਪਈ। ਜਿਸ ਪਿੰਡ ਵਿੱਚ ਇਹਦੀ ਚਰਚਾ ਹੁੰਦੀ, ਉੱਥੇ ਜੋ ਵੀ ਚਾਹਵਾਨ ਹੁੰਦਾ ਉਹ ਸੋਚਦਾ ਚਲੋ ਚੱਲੀਏ, ਨਾਲੇ ਤਾਂ ਮੋਦੀ ਖਾਨੇ ਵਿੱਚੋਂ ਜਿਹੜੇ ਘਰ ਦੀਆਂ ਲੋੜਾਂ ਨੇ ਉਹ ਸਮਾਨ ਲੈ ਲਵਾਂਗੇ ਅਤੇ ਨਾਲੇ ਦੀਵਾਨ ਅਟੈਂਡ ਕਰਾਂਗੇ। ਜਿਵੇਂ ਅੱਜ ਆਪਾਂ ਕਈ ਵਾਰੀ ਇੱਦਾਂ ਸੋਚਦੇ ਹਾਂ, ਚਲੋ ਚੱਲੀਏ ਨਾਲੇ ਗੁਰੂ ਘਰ ਲੰਗਰ ਛਕ ਲਵਾਂਗੇ, ਨਾਲੇ ਦੀਵਾਨ ਅਟੈਂਡ ਕਰ ਲਵਾਂਗੇ। ਤਾਂ ਉਸ ਵੇਲੇ ਕਿੰਨੀ ਕਮਾਲ ਦੀ ਮਿਸਾਲ ਹੈ। ਅੱਜ ਦੇ ਜਿਹੜਾ ਸੜਕ ਦਾ ਰਸਤਾ ਹੈ, ਧਰਮਕੋਟ ਦੇ ਕੋਲ ਮਲਸੀਆਂ ਪਿੰਡ, ਸੁਲਤਾਨਪੁਰ ਲੋਧੀ ਤੋਂ ਇੱਧਰਲੇ ਪਾਸੇ ਨੂੰ, ਤਾਂ ਉੱਥੋਂ ਦਾ ਅਲੰਬਰਦਾਰ ਭਾਈ ਭਗੀਰਥ ਰੋਜ਼ਾਨਾ ਗੁਰੂ ਪਾਤਸ਼ਾਹ ਦੀ ਸਤਸੰਗਤ ਕਰਨ ਲੱਗ ਪਿਆ। ਆਪਾਂ ਅੱਜ ਭਾਈ ਭਗੀਰਥ ਦੇ ਜੀਵਨ ਵਿੱਚੋਂ ਇੱਕ ਸਾਖੀ ਤੁਹਾਡੇ ਨਾਲ ਵਿਚਾਰਨੀ ਹੈ। ਕਿੱਦਾਂ ਗੁਰਸਿੱਖਾਂ ਦੇ ਜੀਵਨ ਘੜੇ ਜਾਂਦੇ ਨੇ, ਸੋਚ ਸੁਭਾਅ ਉੱਚੀ ਹੁੰਦੀ ਹੈ, ਕਿੱਦਾਂ ਹੋਰਨਾਂ ਦੇ ਜੀਵਨ ਸੰਵਾਰਦੇ ਨੇ ਅਤੇ ਹੋਰਨਾਂ ਨੂੰ ਘੜਦੇ ਨੇ। ਭਾਈ ਭਗੀਰਥ 18 ਕਿਲੋਮੀਟਰ ਉੱਥੋਂ ਪੈਦਲ ਆਉਂਦਾ,
ਦੀਵਾਨ ਅਟੈਂਡ ਕਰਦਾ, ਫਿਰ ਚਲਿਆ ਜਾਂਦਾ। ਨੇਚਰਲੀ ਇਹ ਪਿੰਡ ਦਾ ਲੰਬਰਦਾਰ ਸੀ। ਲੋਕ ਪੁੱਛਦੇ ਸਨ ਕਿੱਥੇ ਜਾਣਾ ਹੈ, ਤਾਂ ਗੁਰੂ ਨਾਨਕ ਪਾਤਸ਼ਾਹ ਦੀਆਂ ਬਾਤਾਂ ਲੋਕਾਂ ਨੂੰ ਦੱਸਦਾ। ਲੋਕ ਬੜੇ ਪ੍ਰਭਾਵਿਤ ਹੁੰਦੇ। ਭਾਈ ਭਗੀਰਥ ਦੇ ਕਹਿਣ ਤੇ ਉਸ ਪਿੰਡ ਦੇ ਹੋਰ ਵੀ ਲੋਕ ਰੋਜ਼ਾਨਾ ਸੁਲਤਾਨਪੁਰ ਲੋਧੀ ਗੁਰੂ ਕੀ ਸੰਗਤ ਕਰਨ ਆਉਂਦੇ। ਇੱਕ ਦਿਨ ਭਾਈ ਭਗੀਰਥ ਨੇ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਜੀ, ਮੇਰੇ ਘਰ ਵਿੱਚ, ਸਾਡੇ ਪਿੰਡ ਵਿੱਚ ਵੀ ਦੀਵਾਨ ਰੱਖੋ। ਸਤਿਗੁਰ ਸੱਚੇ ਪਾਤਸ਼ਾਹ ਨੇ ਹਾਂ ਕਰ ਦਿੱਤੀ। ਭਾਈ ਇੱਦਾਂ ਕਰਦੇ ਹਾਂ, ਆਪਾਂ ਸ਼ਾਮ ਦਾ ਦੀਵਾਨ ਸੁਲਤਾਨਪੁਰ ਲੋਧੀ ਦੀ ਬਜਾਏ ਤੇਰੇ ਪਿੰਡ ਕਰ ਲਵਾਂਗੇ। ਜਿੱਥੇ ਵੀ ਗੁਰੂ ਪਾਤਸ਼ਾਹ ਦੀਵਾਨ ਲਾਉਂਦੇ, ਸਾਰੀ ਸੰਗਤ ਉੱਥੇ ਪਹੁੰਚਦੀ। ਤਾਂ ਜਦੋਂ ਮਲਸੀਹਾਂ ਪਿੰਡ ਦੇ ਵਿੱਚ, ਜਿੱਥੋਂ ਦਾ ਲੰਬਰਦਾਰ ਭਾਈ ਭਗੀਰਥ ਹੈ, ਭਾਈ ਭਗੀਰਥ ਦੇ ਪਿੰਡ ਵਿੱਚ ਗੁਰੂ ਪਾਤਸ਼ਾਹ ਦੀਵਾਨ ਲਾਉਣ ਜਾਂਦੇ ਨੇ, ਤੇ ਸਤਿਗੁਰ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦੀਵਾਨ ਤੋਂ ਬਾਅਦ ਕਹਿੰਦੇ ਨੇ ਕਿ ਅਸੀਂ ਵਾਪਸ ਜਾਣਾ ਹੈ। ਭਾਈ ਭਗੀਰਥ ਕਹਿਣ ਲੱਗਾ, ਸਤਿਗੁਰ ਸੱਚੇ ਪਾਤਸ਼ਾਹ ਜੀ, ਇੰਜ ਨਾ ਕਰੋ, ਮੇਰੇ ਘਰ ਰੁਕੋ, ਰਾਤ ਨੂੰ ਕਿੱਥੇ ਜਾਓਗੇ, ਕਿਉਂਕਿ ਪੈਦਲ ਜਾਣਾ ਪੈਂਦਾ ਸੀ। ਸਵੇਰ ਦਾ ਦੀਵਾਨ ਅਟੈਂਡ ਕਰਿਓ, ਤੇ ਫਿਰ ਅਸੀਂ ਵੀ ਤੁਹਾਡੇ ਨਾਲ ਹੀ ਚੱਲਾਂਗੇ, ਤੇ ਸਵੇਰੇ ਆਪਾਂ ਉੱਥੇ ਨਾਲੇ ਦੀਵਾਨ ਦੀ ਤੁਹਾਡੀ ਹਾਜ਼ਰੀ ਭਰਾਂਗੇ, ਤੇ ਤੁਸੀਂ ਮੋਦੀਖਾਨੇ ਦੀ ਜੌਬ ਕਰੋਗੇ। ਭਾਈ ਭਗੀਰਥ ਬੇਨਤੀ ਕਰਨ ਲੱਗਾ, ਸਤਿਗੁਰ ਸੱਚੇ ਪਾਤਸ਼ਾਹ ਜੀ, ਅੱਜ ਤੁਸੀਂ ਤੇ ਭਾਈ ਮਰਦਾਨਾ ਜੀ ਮੇਰੇ ਘਰ ਰੁਕੋ। ਭਾਈ ਭਗੀਰਥ ਦੇ ਘਰ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਭਾਈ ਮਰਦਾਨਾ ਜੀ ਰੁਕੇ ਨੇ। ਬਹੁਤ ਚਾਅ ਚੜਿਆ ਹੋਇਆ ਭਾਈ ਭਗੀਰਥ ਜੀ ਨੂੰ, ਜਿਨ੍ਹਾਂ ਨੂੰ ਕਦੀ ਸਨਮੁਖ ਬੈਠ ਕੇ ਸੁਣਦਾ ਹੁੰਦਾ ਸੀ, ਜਿਨ੍ਹਾਂ ਨੂੰ ਸੁਣ ਕੇ ਆਪਣਾ ਸੋਚ ਤੇ ਸੁਭਾਅ ਘੜਦਾ ਸੀ, ਅੱਜ ਉਹਨਾਂ ਦੇ ਚਰਨ ਆਪਣੇ ਘਰ ਵਿੱਚ ਪਏ ਨੇ। ਅੱਜ ਭਾਈ ਭਗੀਰਥ ਦੇ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਸੌਂਦੇ ਨੇ। ਭਾਈ ਭਗੀਰਥ ਨੂੰ ਚਾਅ ਚੜਿਆ ਹੋਇਆ। ਸਾਰੀ ਰਾਤ ਭਾਈ ਭਗੀਰਥ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਾ ਹੋਇਆ ਰਾਤ ਬਿਤਾਉਂਦਾ ਹੈ। ਅੱਜ ਇੱਕ ਐਸਾ ਆਨੰਦ ਆਇਆ ਹੈ, ਜਦੋਂ ਕਿਸੇ ਨੂੰ ਸੱਚ ਦਾ ਆਨੰਦ ਆਉਂਦਾ ਹੈ, ਉਹਨੂੰ ਲੱਗਦਾ ਹੈ ਅੱਜ ਤੱਕ ਮੈਂ ਭੁੱਲਿਆ ਕਿਉਂ ਰਿਹਾ। ਪਿੱਛੇ ਲੰਘ ਚੁੱਕੀ ਜ਼ਿੰਦਗੀ ਦਾ ਪਛਤਾਵਾ ਇੱਕ ਬੈਰਾਗ ਬਣਦਾ ਹੈ, ਤੇ ਉਹ ਬੈਰਾਗ ਅੰਦਰੋਂ ਮਜ਼ਬੂਤੀ ਲਿਆਉਂਦਾ ਹੈ। ਉਹ ਮਜ਼ਬੂਤ ਹੋ ਕੇ ਉਹ ਸਿਦਕ ਬਣਦਾ ਹੈ, ਵਿਸ਼ਵਾਸ ਬਣਦਾ ਹੈ, ਆਪਾ ਵਾਰਨ ਦੀ ਭਾਵਨਾ ਬਣਦੀ ਹੈ। ਭਾਈ ਭਗੀਰਥ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਮੈਂ ਗੁਰੂ ਪਾਤਸ਼ਾਹ ਦੇ ਲਈ ਆਪਾ ਵਾਰ ਦੇਵਾਂਗਾ। ਮੈਂ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ, ਆਪਣੇ ਜੀਵਨ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਤੋਂ ਨਿਸ਼ਾਵਰ ਕਰ ਦਿਆਂਗਾ। ਇਸ ਤਰ੍ਹਾਂ ਦੇ ਖਿਆਲਾਂ ਵਿੱਚ ਸਾਰੀ ਰਾਤ ਬਤੀਤ ਹੁੰਦੀ ਹੈ। ਸਵੇਰ ਵੇਲੇ ਦਾ ਦੀਵਾਨ ਸਜਦਾ ਹੈ। ਭਾਈ ਭਗੀਰਥ ਜੀ ਗੁਰੂ ਪਾਤਸ਼ਾਹ ਦਾ ਪਹਿਲਾ ਮੁਰੀਦ ਬਣਦਾ ਹੈ। ਅੱਗੋਂ ਭਾਈ ਭਗੀਰਥ ਦੇ ਜੀਵਨ ਦੀ ਕਮਾਲ ਦੀ ਘਟਨਾ, ਕਮਾਲ ਦੀ ਇੱਕ ਰਮਜ਼ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗਾ। क्या बात है जी। ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਾਲ। ਫੋਨ ਨੰਬਰ 4033333313 ਅਤੇ ਈਮੇਲ chalhomes@gmail.com। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਸੰਪਰਕ ਕਰੋ 604 760 2643 ਤਾਰਨ 604 897 0363। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ
ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ। ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਥੈਂਕ ਯੂ ਤੁਹਾਡਾ ਸਾਰਿਆਂ ਦਾ। ਬ੍ਰੇਕ ਤੋਂ ਪਹਿਲਾਂ ਆਪਾਂ ਵਿਚਾਰ ਰਹੇ ਸੀ ਮਲਸੀਆਂ ਦਾ ਅਲੰਬਰਦਾਰ ਭਾਈ ਭਗੀਰਥ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੀਵਾਨਾ ਹੋ ਜਾਂਦਾ ਹੈ। ਸਿੱਧਕ ਵਿਸ਼ਵਾਸ ਵਿੱਚ ਆਪਾ ਵਾਰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪਹਿਲਾ ਮੁਰੀਦ ਅਖਵਾਉਂਦਾ ਹੈ। ਜਦੋਂ ਕਿਤੇ ਹਿਸਟਰੀ ਦੇ ਵਿੱਚੋਂ ਇਹ ਲਿਸਟ ਨੂੰ ਦੇਖਿਆ ਜਾਏਗਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਭ ਤੋਂ ਪਹਿਲਾ ਸਿੱਖ ਕੌਣ ਸੀ, ਤੇ ਨਾਮ ਆਉਂਦਾ ਹੈ ਬੇਬੇ ਨਾਨਕੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕਿਹਨੇ ਕੀਤੇ, ਤਾਂ ਲਿਸਟ ਵਿੱਚ ਨਾਮ ਆਉਂਦਾ ਹੈ ਦੌਲਤਾਂ ਦਾਈ। ਅੱਜ ਦੇ ਯੁੱਗ ਵਿੱਚ ਬੱਚੇ ਦਾ ਜਨਮ ਹਸਪੀਟਲ ਵਿੱਚ ਹੁੰਦਾ ਹੈ ਤੇ ਉਹਦੀ ਦੇਖ ਰੇਖ ਵਾਸਤੇ ਡਾਕਟਰ ਦੇ ਨਾਲ ਨਰਸਸ ਹੁੰਦੀਆਂ ਨੇ, ਤੇ ਸਭ ਤੋਂ ਪਹਿਲਾਂ ਡਾਕਟਰ ਤੇ ਜਿਹੜੀ ਨਰਸ ਹੈ ਉਹ ਬੱਚੇ ਦੇ ਦਰਸ਼ਨ ਕਰਦੀਆਂ ਨੇ। ਉਹਨਾਂ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਔਰਤ ਹੁੰਦੀ ਸੀ, ਕਿਸੇ ਦੇ ਘਰ ਵੀ ਬੱਚੇ ਦਾ ਜਨਮ ਹੁੰਦਾ, ਉਹ ਡਾਕਟਰ ਤੇ ਨਰਸ ਹਸਪੀਟਲ ਵਾਲਾ ਰੋਲ ਉਹੀ ਨਿਭਾਉਂਦੀ ਹੁੰਦੀ ਸੀ। ਘਰ ਦੇ ਵਿੱਚ ਹੀ ਬੱਚੇ ਦਾ ਜਨਮ ਹੋਣਾ, ਇੱਕ ਕਮਰੇ ਦੇ ਵਿੱਚ, ਉਹਨੂੰ ਦਾਈ ਕਹਿੰਦੇ ਸੀ। ਉਹ ਦੌਲਤਾਂ ਦਾਈ ਜਦੋਂ ਲਿਸਟ ਬਣੇਗੀ ਸਭ ਤੋਂ ਪਹਿਲਾਂ ਦਰਸ਼ਨ ਉਸਨੇ ਕੀਤੇ। ਆਹਾ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੀ ਦੌਲਤਾਂ ਦਾਈ। ਗੁਰੂ ਨਾਨਕ ਪਾਤਸ਼ਾਹ ਦਾ ਕੋਈ ਸਭ ਤੋਂ ਪਹਿਲਾਂ ਸਿੱਖ ਬਣਿਆ ਤੇ ਬੇਬੇ ਨਾਨਕੀ। ਸਭ ਤੋਂ ਪਹਿਲਾਂ ਕੋਈ ਸ਼ਰਧਾਲੂ ਬਣਿਆ ਤਾਂ ਰਾਏ ਭੋਇੰ ਦੀ ਤਲਵੰਡੀ ਦਾ ਹਾਕਮ ਰਾਏ ਬੁਲਾਰ। ਜੇ ਸਭ ਤੋਂ ਪਹਿਲਾਂ ਕੋਈ ਪ੍ਰਚਾਰਕ ਬਣਿਆ ਤੇ ਭਾਈ ਮਨਸੁਖ। ਤੇ ਜੇ ਸਭ ਤੋਂ ਪਹਿਲਾਂ ਮੁਰੀਦ ਬਣਿਆ ਜਿਹਨੇ ਆਪਾ ਵਾਰ ਦਿੱਤਾ ਗੁਰੂ ਦੇ ਲਈ, ਉਹ ਹੈ ਭਾਈ ਭਗੀਰਥ, ਜਿਨ੍ਹਾਂ ਦੀ ਆਪਾਂ ਇਹ ਸਾਖੀ ਵਿਚਾਰ ਰਹੇ ਹਾਂ। ਭਾਈ ਭਗੀਰਥ ਨਿਤ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਦਾ, ਗੁਰੂ ਪਾਤਸ਼ਾਹ ਦਾ ਐਸਾ ਮੁਰੀਦ ਬਣ ਗਿਆ, ਆਪਾ ਵਾਰ ਰਿਹਾ। ਉੱਧਰੋਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਮੋਦੀਖਾਨਾ ਛੱਡਣਾ ਸੀ, ਛੱਡਣ ਤੋਂ ਪਹਿਲਾਂ ਜਦੋਂ ਭਾਈ ਮਰਦਾਨਾ ਜੀ ਨਾਲ ਗੱਲਾਂ ਹੁੰਦੀਆਂ ਨੇ, ਭਾਈ ਮਰਦਾਨਿਆਂ, ਲੋਕਾਂ ਦੇ ਘਰਾਂ ਵਿੱਚ ਦੁੱਖ ਹੀ ਦੁੱਖ ਜਨਮ ਲੈ ਰਹੇ ਨੇ, ਲੋਕ ਅੰਦਰੋਂ ਸੁਖੀ ਨਹੀਂ ਹੈ ਮਰਦਾਨਿਆਂ, ਬਾਹਰੋਂ ਖੁਸ਼ ਦਿਖਾਈ ਦਿੰਦੇ ਨੇ ਪਰ ਅੰਦਰ ਉਹਨਾਂ ਦੇ ਕੋਈ ਨਾ ਕੋਈ ਦੁੱਖ ਪੈਦਾ ਹੁੰਦੇ ਨੇ। ਤੇ ਉਹ ਦੁੱਖ ਜਿਹੜੇ ਨੇ ਸੁਭਾਅ ਤੇ ਸੋਚ ਦੀਆਂ ਕਮਜ਼ੋਰੀਆਂ, ਜਿਹੜਾ ਸੁਭਾਅ ਕਮਜ਼ੋਰ ਹੋ ਗਿਆ, ਰੋਗੀ ਹੋ ਗਿਆ, ਜਿਹੜੀ ਸੋਚ ਕਮਜ਼ੋਰ ਹੋ ਗਈ, ਉਹ ਸੋਚ ਰੋਗੀ ਹੋ ਗਈ, ਉਹਦੇ ਵਿੱਚੋਂ ਦੁੱਖ ਜਨਮ ਲੈਂਦੇ ਨੇ। ਮਰਦਾਨਿਆਂ, ਇਹਨਾਂ ਲੋਕਾਂ ਨੂੰ ਰੱਬੀ ਉਪਦੇਸ਼ ਵੰਡੀਏ, ਪਤਾ ਨਹੀਂ ਕਿਤਨਿਆਂ ਕੁ ਦਾ ਸੁਧਾਰ ਹੋਵੇਗਾ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਲਿਖਿਆ ਹੈ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਾਈ। ਗੁਰੂ ਬਾਬੇ ਨੇ ਬੜੇ ਗੌਰ ਨਾਲ ਦੇਖਿਆ, ਇਹ ਲੋਕ ਦੁਖੀ ਕਿਉਂ ਹੈ, ਇਹਨਾਂ ਦੇ ਘਰਾਂ ਵਿੱਚ ਕਲੇਸ਼ ਕਿਉਂ ਹੈ, ਇਹਨਾਂ ਦੇ ਬੱਚੇ ਆਗਿਆਕਾਰੀ ਕਿਉਂ ਨਹੀਂ, ਇਹਨਾਂ ਦੇ ਪਤੀ ਪਤਨੀ ਦਾ ਕਲੇਸ਼ ਕਿਉਂ ਚੱਲਦਾ ਪਿਆ ਹੈ, ਬੱਚੇ ਦਿਸ਼ਾਹੀਣ ਕਿਉਂ ਹੋ ਜਾਂਦੇ ਨੇ, ਦੁਨੀਆ ਤੇ ਕੁਸੰਗ ਕਿਵੇਂ ਬਣ ਜਾਂਦਾ ਹੈ, ਕਿੱਦਾਂ ਇੱਕ ਜੀਵਨ ਕੁਸੰਗ ਵਿੱਚ ਚਲਿਆ ਜਾਂਦਾ ਹੈ ਤੇ ਕਿਵੇਂ ਉਸ ਨੂੰ ਕੁਸੰਗ ਵਿੱਚੋਂ ਕੱਢ ਕੇ ਸਤਸੰਗ ਨਾਲ ਜੋੜਿਆ ਜਾ ਸਕਦਾ ਹੈ। ਇਹ ਰੱਬੀ ਉਪਦੇਸ਼ ਜਿਹਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ, ਇਹ ਖਜ਼ਾਨਾ ਲੈ ਕੇ ਗੁਰੂ ਪਾਤਸ਼ਾਹ ਚਾਹੁੰਦੇ ਸਨ ਕਿ ਲੋਕਾਂ ਦੇ ਸੁਭਾਅ ਸੋਚ ਨੂੰ ਸਵਾਰਿਆ ਜਾਵੇ, ਸ਼ਿੰਗਾਰਿਆ ਜਾਵੇ, ਇਹਨਾਂ ਨੂੰ ਘੜਿਆ ਜਾਵੇ। ਇਹਨਾਂ ਦੇ ਘਰ ਧਰਮਸ਼ਾਲਾ ਬਣ ਸਕਦੇ ਨੇ, ਇਹਨਾਂ ਨੂੰ ਏਕਤਾ, ਇਤਫਾਕ, ਪਿਆਰ ਵਾਲੀ ਜੀਵਨ ਜੁਗਤ ਮਿਲ ਸਕਦੀ ਹੈ, ਇਹਨਾਂ ਨੂੰ ਜੀਵਨ ਦੀ ਅਸਲੀ ਸੋਝੀ ਕਰਵਾਈ ਜਾ ਸਕਦੀ ਹੈ।
ਸਤਿਗੁਰੂ ਮਰਦਾਨੇ ਦੇ ਨਾਲ ਗੱਲਾਂ ਕਰਦੇ ਨੇ। ਮਰਦਾਨਿਆਂ, ਮੈਂ ਦੁਨੀਆ ਤੇ ਵਿਚਰ ਕੇ ਰੱਬ ਦੇ ਅੱਗੇ ਆਪਾਂ ਅਰਦਾਸ ਕਰਾਂਗੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤੈ ਲਿਓ ਉਬਾਰ। ਮਰਦਾਨਿਆਂ, ਰੱਬ ਅੱਗੇ ਤਰਲਾ ਲਵਾਂਗੇ, ਰੱਬ ਅੱਗੇ ਇੱਕ ਭੁੱਬ, ਇੱਕ ਅੰਦਰੋਂ ਅਰਦਾਸ ਕਿ ਹੇ ਰੱਬਾ, ਜਿਵੇਂ ਵੀ ਤੈਨੂੰ ਪਾਉਂਦਾ ਹੈ ਇਹਨਾਂ ਲੋਕਾਂ ਨੂੰ ਇੱਕ ਵਧੀਆ ਜੀਵਨ, ਬਖਸ਼ਿਸ਼ ਵਾਲਾ ਜੀਵਨ ਜਿਉਣਾ ਸਿਖਾ ਦਿਓ। ਹੇ ਦਾਤਾ ਜੀ, ਇਹਨਾਂ ਦੇ ਘਰਾਂ ਵਿੱਚ, ਇਹਨਾਂ ਦੇ ਜੀਵਨ ਵਿੱਚ, ਇਹਨਾਂ ਦੇ ਬੱਚਿਆਂ ਵਿੱਚ ਬਖਸ਼ਿਸ਼ ਆਵੇ। ਐਸੀ ਅਰਦਾਸ ਦੀ ਭਾਵਨਾ ਦੇ ਵਿੱਚ, ਐਸੀ ਤਰਸ ਦੀ ਭਾਵਨਾ ਵਿੱਚ ਭਾਈ ਮਰਦਾਨਾ ਜੀ ਦੇ ਨਾਲ ਗੱਲਾਂ ਕਰਦੇ ਨੇ। ਮਰਦਾਨਿਆਂ, ਦਾਤੇ ਅੱਗੇ ਤਰਲਾ ਲਵਾਂਗੇ, ਅਰਦਾਸ ਕਰਾਂਗੇ ਤੇ ਫਿਰ ਆਪਾਂ ਚੱਲ ਪਵਾਂਗੇ। ਦੇਖੀ ਜਾਏਗੀ ਇੱਕ ਪਿੰਡ ਤੋਂ ਅਗਲੇ ਪਿੰਡ, ਅਗਲੇ ਤੋਂ ਅਗਲੇ ਪਿੰਡ, ਜਿਹੜਾ ਵੀ ਮਿਲਦਾ ਗਿਆ, ਜਿਹੜਾ ਗਾਹਕ ਮਿਲਿਆ, ਉਹਨਾਂ ਨੂੰ ਇਹ ਰੱਬੀ ਉਪਦੇਸ਼ ਦਾ ਖਜ਼ਾਨਾ ਵੰਡਾਂਗੇ। ਮੈਨੂੰ ਇੱਕ ਸਾਥੀ ਦੀ ਲੋੜ ਹੈ, ਮਰਦਾਨਿਆਂ ਤੂੰ ਮੇਰਾ ਸਾਥੀ ਬਣੇਗਾ? ਭਾਈ ਮਰਦਾਨਾ ਜੀ ਕਹਿਣ ਲੱਗੇ, ਦਾਤਾ ਜੀ ਬਸ ਪਰਿਵਾਰਕ ਮਜਬੂਰੀਆਂ ਘੇਰ ਲੈਂਦੀਆਂ ਨੇ, ਜੀ ਤਾਂ ਕਰਦਾ ਆਪਾਂ ਵਾਰ ਦਈਏ ਗੁਰੂ ਦੇ ਲਈ, ਪਰ ਪਰਿਵਾਰਕ ਬਾਕੀ ਮਜਬੂਰੀਆਂ ਤਾਂ ਮੈਂ ਆਪਣੇ ਤੇ ਚੱਲ ਲਵਾਂਗਾ, ਉਹਨਾਂ ਨੂੰ ਤਾਂ ਮੈਂ ਟੈਕਲ ਕਰ ਲਵਾਂਗਾ, ਪਰ ਸਤਿਗੁਰੂ ਜੀ ਧੀ ਵਿਆਹੁਣ ਵਾਲੀ ਪਈ ਹੈ। ਜੇ ਮੈਂ ਇਸ ਤਰ੍ਹਾਂ ਚਲਿਆ ਗਿਆ, ਮੈਨੂੰ ਧੀ ਦੀ ਯਾਦ ਸਤਾਇਆ ਕਰੇਗੀ, ਫਿਰ ਤੁਹਾਡੇ ਨਾਲ ਰਹਿ ਕੇ ਵੀ ਐਬਸੈਂਟ ਮਾਈਂਡਡ ਰਿਹਾ ਕਰਾਂਗਾ। ਜੇ ਧੀ ਮੈਂ ਵਿਆਹ ਲਵਾਂ ਫਿਰ ਮੈਨੂੰ ਕੋਈ ਫਿਕਰ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਤੂੰ ਬਣਨਾ ਹੈ ਮੇਰਾ ਸਾਥੀ, ਤੇਰਾ ਮੇਰਾ ਬਣਨਾ ਹੈ ਇਤਿਹਾਸ। ਦੁਨੀਆ ਰੱਖੇਗੀ ਯਾਦ, ਜਿੱਥੇ ਤੈਨੂੰ ਯਾਦ ਕਰੇਗੀ ਭਾਈ ਮਰਦਾਨਾ ਜੀ ਦਾ ਨਾਮ ਜਿਹਨੂੰ ਚੇਤੇ ਆਏਗਾ, ਉਹਨੂੰ ਨਾਨਕ ਜੀ ਦਾ ਨਾਮ ਵੀ ਚੇਤੇ ਆਏਗਾ। ਤੇ ਜੇ ਕੋਈ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਦਾ ਹੈ ਤਾਂ ਭਾਈ ਮਰਦਾਨਾ ਜੀ ਨੂੰ ਵੀ ਯਾਦ ਕਰਦਾ ਹੈ। ਮਰਦਾਨਿਆਂ, ਆਉਣ ਵਾਲੇ ਸਮੇਂ 'ਚ ਤੇਰੀ ਹਿਸਟਰੀ ਬਣਨੀ ਹੈ, ਤੇਰਾ ਜਜ਼ਬਾ, ਤੇਰਾ ਵਿਸ਼ਵਾਸ। ਮਰਦਾਨਿਆਂ, ਇਹ ਨਾ ਸੋਚੀ ਕਿ ਤੂੰ ਗਰੀਬ ਹੈ, ਤੂੰ ਆਖਰਕਾਰ ਮੇਰਾ ਸਾਥੀ ਹੈ। ਮੈਂ ਨਾ ਹੋਰ ਤਾਂ ਘੱਟੋ ਘੱਟ ਇੱਥੇ ਮੋਦੀ ਖਾਨੇ ਦੇ ਵਿੱਚ ਸੇਲਜ਼ ਮੈਨੇਜਰ ਮੋਦੀ ਹਾਂ, ਮੇਰੀ ਚੰਗੀ ਚੋਖੀ ਤਨਖਾਹ ਹੈ। ਮਰਦਾਨਿਆਂ, ਜੇ ਤੂੰ ਮੇਰਾ ਸਾਥੀ ਬਣਦਾ ਹੈ ਤੇ ਮੈਂ ਵੀ ਤੇਰੀ ਮਦਦ ਕਰਨ ਵਾਸਤੇ ਆਪਾ ਵਾਰਾਂਗਾ। ਮਰਦਾਨਿਆਂ, ਵਿਆਹ ਆਪਾਂ ਚੜ੍ਹਦੀ ਕਲਾ ਦੇ ਨਾਲ ਕਰਨਾ ਹੈ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਇੱਦਾਂ ਕਰਦੇ ਹਾਂ, ਤੇਰੀ ਧੀ ਦੇ ਵਿਆਹ ਵਾਸਤੇ ਜੋ ਸਮਾਨ ਚਾਹੀਦਾ ਨਾ ਉਹਦਾ ਪ੍ਰਬੰਧ ਕਰਦੇ ਹਾਂ। ਉਹਨਾਂ ਜ਼ਮਾਨਿਆਂ ਦੇ ਵਿੱਚ ਲਾਹੌਰ ਦੇ ਵਿੱਚ ਇੱਕ ਵਪਾਰੀ ਹੁੰਦਾ ਸੀ ਭਾਈ ਮਨਸੁਖ। ਉਸ ਸਮੇਂ ਉਹ ਐਕਸਪੋਰਟ ਦਾ ਕੰਮ ਕਰਦਾ ਸੀ। ਸ਼੍ਰੀਲੰਕਾ ਨੂੰ ਉਸ ਵੇਲੇ ਸੰਗਲਾ ਦੀਪ ਕਹਿੰਦੇ ਸਨ। ਉੱਥੋਂ ਤੱਕ ਵਪਾਰ ਕਰਨ ਜਾਇਆ ਕਰਦਾ ਸੀ ਤੇ ਉਹਦੀ ਬਹੁਤ ਵੱਡੀ ਇੱਕ ਦੁਕਾਨ ਸੀ ਲਾਹੌਰ ਦੇ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਭਾਈ ਭਗੀਰਥ ਨੂੰ ਬੁਲਾਉਂਦੇ ਨੇ, ਮਲਸੀਆਂ ਦੇ ਅਲੰਬਰਦਾਰ ਨੂੰ, ਭਾਈ ਭਗੀਰਥ ਤੂੰ ਇੱਦਾਂ ਕਰ, ਭਾਈ ਮਰਦਾਨਾ ਜੀ ਦੇ ਨਾਲ ਜਾ, ਲਾਹੌਰ ਚਲੇ ਜਾ। ਉੱਥੇ ਭਾਈ ਮਨਸੁਖ ਨਾਮ ਦਾ ਜਿਹੜਾ ਵਪਾਰੀ ਹੈ ਨਾ, ਬਹੁਤ ਵੱਡਾ ਵਪਾਰੀ, ਉਹਦੀ ਦੁਕਾਨ ਤੇ ਜਾ ਕੇ ਉਹਦੇ ਕੋਲ ਮੇਰਾ ਨਾਮ ਲੈ ਦਿਓ, ਮੇਰੇ ਨਾਮ ਤੇ ਹੁੰਡੀ ਬਣਾ ਦਿਓ। ਉਹਨਾਂ ਜ਼ਮਾਨਿਆਂ ਦੇ ਵਿੱਚ ਜਿਵੇਂ ਅੱਜ ਆਪਾਂ ਕਿਸੇ ਨੂੰ ਚੈੱਕ ਕੱਟ ਦਿੰਦੇ ਆ ਜਾਂ ਡਰਾਫਟ ਬਣਾ ਕੇ ਦੇ ਦਿੰਦੇ ਆ, ਉਸ ਵੇਲੇ ਇੱਕ ਹੁੰਡੀ ਲਿਖ ਦਿੱਤੀ ਜਾਂਦੀ ਕਾਗਜ਼ ਦੇ ਉੱਪਰ ਕਿ ਮੈਂ ਇਹਦਾ ਗਰੰਟਰ ਹਾਂ, ਇਹਦੇ ਪੈਸੇ ਮੈਂ ਪੇ ਕਰਾਂਗਾ, ਤੁਸੀਂ ਆ ਸਮਾਨ ਦੇ ਦਿਓ। ਉਹਨੂੰ ਹੁੰਡੀ ਕਹਿੰਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਜਾ ਕੇ ਕਹਿ ਦਿਓ ਮੈਂ ਹੁੰਡੀ ਲਿਖ ਕੇ ਦੇ ਦਿੰਦਾ, ਜੋ ਸਮਾਨ ਚਾਹੀਦਾ ਹੈ ਇਹਨੂੰ ਦੇ ਦਿੱਤਾ ਜਾਵੇ। ਤੇ ਮਲਸੀਆਂ ਦੇ ਅਲੰਬਰਦਾਰ ਭਾਈ ਭਗੀਰਥ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਅਲੰਬਰਦਾਰ ਜੀ ਇਹ ਨਾ ਸੋਚਿਓ ਗਰੀਬ ਹੈ, ਇਹ ਆਖਰਕਾਰ ਮੇਰਾ ਸਾਥੀ ਹੈ। ਇਹ ਨਾ ਸੋਚਿਓ ਕਿ ਇੱਕ ਗਰੀਬ ਦੀ ਧੀ ਦਾ ਵਿਆਹ ਹੈ, ਆਖਰਕਾਰ ਮੇਰੇ ਸਾਥੀ ਦੀ ਧੀਆਂ ਸਭ ਦੀਆਂ ਸਾਂਝੀਆਂ ਨੇ, ਧੀ ਦਾ ਵਿਆਹ ਹੈ। ਸਮਾਨ ਲੈਣ ਲੱਗਿਆਂ ਸੰਕੋਚ ਨਾ ਕਰਿਓ, ਵਧੀਆ ਤੋਂ ਵਧੀਆ ਸਮਾਨ ਲਿਓ। ਭਾਈ ਭਗੀਰਥ ਤੇ ਭਾਈ ਮਰਦਾਨਾ ਜੀ ਚਲੇ ਜਾਂਦੇ ਨੇ ਲਾਹੌਰ ਭਾਈ ਮਨਸੁਖ ਦੀ ਦੁਕਾਨ ਤੇ। ਨੈਚੁਰਲੀ ਹੈ, ਜਦੋਂ ਕੋਈ ਅਲੰਬਰਦਾਰ ਨਾਲ ਗਿਆ, ਉਹ ਨਾਲ ਦੇ ਵਿਅਕਤੀ ਬਾਰੇ ਤਾਂ ਜ਼ਰੂਰ ਦੱਸੇਗਾ। ਉਹ ਭਾਈ ਮਨਸੁਖ ਨੂੰ ਕਹਿੰਦਾ ਹੈ, ਇਹ ਭਾਈ ਮਰਦਾਨਾ ਜੀ ਨੇ, ਇੱਕ ਮਿਰਾਸੀ ਨੇ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ
ਸਾਥੀ ਨੇ। ਭਾਵੇਂ ਸਾਡੀਆਂ ਸਾਖੀਆਂ ਵਿੱਚ ਇਸ ਤਰ੍ਹਾਂ ਜੇ ਲਿਖਿਆ ਮਿਲਦਾ ਹੈ ਕਿ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਦਾ ਮਨਸੁਖ ਦੇ ਨਾਲ ਮੇਲ ਹੋਇਆ, ਪਰ ਮੈਨੂੰ ਇਹ ਗੱਲ ਜੱਚਦੀ ਨਹੀਂ। ਜੇ ਗੁਰੂ ਪਾਤਸ਼ਾਹ ਉੱਥੇ ਇੰਨੇ ਸਾਲਾਂ ਤੋਂ ਮੋਦੀਖਾਨਾ ਚਲਾਉਂਦੇ ਨੇ ਤੇ ਉਹ ਵੀ ਮੋਦੀਖਾਨਾ ਇਸ ਤਰੀਕੇ ਨਾਲ ਚਲਾ ਰਹੇ ਨੇ ਕਿ ਦੂਰ ਦੂਰ ਤੱਕ ਗੁਰੂ ਪਾਤਸ਼ਾਹ ਦੀ ਸ਼ਲਾਘਾ ਹੁੰਦੀ ਹੈ, ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ, ਹਰ ਇੱਕ ਦੀ ਜ਼ੁਬਾਨ ਤੇ ਗੁਰੂ ਪਾਤਸ਼ਾਹ ਦੀ ਚਰਚਾ ਹੈ, ਤੇ ਕਿਵੇਂ ਹੋ ਸਕਦਾ ਲਾਹੌਰ ਦੇ ਵਪਾਰੀ ਨੇ ਕਦੀ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਨਾ ਸੁਣਿਆ ਹੋਵੇ? ਲਾਹੌਰ ਕਿੱਡੀ ਕੁ ਦੂਰ ਹੈ। ਦੂਸਰੇ ਪਾਸੇ ਜੇ ਭਾਈ ਮਨਸੁਖ ਐਡਾ ਵੱਡਾ ਉਹਨਾਂ ਜ਼ਮਾਨਿਆਂ ਦੇ ਵਿੱਚ ਵਪਾਰੀ ਹੈ, ਜਿਹੜਾ ਵਪਾਰੀ ਦੂਰ ਦੂਰ ਤੱਕ ਸ਼੍ਰੀਲੰਕਾ ਤੱਕ ਜਾ ਕੇ ਵਪਾਰ ਕਰਦਾ ਹੈ, ਤੇ ਕਿਵੇਂ ਹੋ ਸਕਦਾ ਹੈ ਕਿ ਉਸ ਵਪਾਰੀ ਨੂੰ ਦੁਨੀਆ ਨਹੀਂ ਜਾਣਦੀ ਹੋਏਗੀ? ਹਾਂ, ਇਹ ਹੋ ਸਕਦਾ ਹੈ ਮਿਲਾਪ ਪਹਿਲੀ ਵਾਰ ਹੋਇਆ ਹੋਵੇ, ਪਰ ਜ਼ਰੂਰ ਸੁਣਿਆ ਹੋਏਗਾ। ਮੇਰਾ ਮਨ ਕਹਿੰਦਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਭਾਈ ਮਨਸੁਖ ਨੂੰ ਦੱਸਿਆ ਹੋਏਗਾ ਕਿ ਉਹਨਾਂ ਦੇ ਸਾਥੀ ਨੇ, ਭਾਈ ਮਨਸੁਖ ਬੜੇ ਗੌਰ ਨਾਲ ਭਾਈ ਮਰਦਾਨਾ ਜੀ ਬਾਰੇ ਤੇ ਮਲਸੀਆਂ ਦੇ ਅਲੰਬਰਦਾਰ ਬਾਰੇ ਭਾਈ ਭਗੀਰਥ ਜੀ ਦੇ ਬਚਨ ਸੁਣਦਾ ਹੈ। ਭਾਈ ਭਗੀਰਥ ਜੀ ਕਹਿੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਜੋ ਵੀ ਵਧੀਆ ਤੋਂ ਵਧੀਆ ਸਮਾਨ ਹੈ ਇਹਦੀ ਧੀ ਵਾਸਤੇ ਦੇ ਦਿਓ। ਕਹਿੰਦੇ ਨੇ ਤੁਰਨ ਲੱਗਿਆਂ ਗੁਰੂ ਨਾਨਕ ਪਾਤਸ਼ਾਹ ਨੇ ਆਪ ਲਿਸਟ ਬਣਾਈ ਸੀ ਭਾਈ ਮਰਦਾਨਾ ਜੀ ਦੇ ਧੀ ਦੇ ਵਿਆਹ ਵਾਸਤੇ। ਹੁਣ ਇੱਥੇ ਗੱਲ ਯਾਦ ਰੱਖਿਓ, ਗੁਰੂ ਨਾਨਕ ਪਾਤਸ਼ਾਹ ਜੀ ਖੁਦ ਇੱਕ ਅਮੀਰ ਪਰਿਵਾਰ ਵਿੱਚੋਂ ਨੇ। ਪਿਤਾ ਪਟਵਾਰੀ, ਰਾਏ ਬਲਾਰ ਦੇ ਨਾਲ ਦੋਸਤੀ, ਭੈਣ ਦਾ ਪਤੀ ਸੁਲਤਾਨਪੁਰ ਲੋਧੀ ਨਵਾਬ ਦੌਲਤ ਖਾਂ ਦਾ ਰੈਵਨਿਊ ਆਫੀਸਰ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਹੁਰਾ ਜੀ ਬਟਾਲੇ ਦੇ ਪਟਵਾਰੀ, ਅਮੀਰ ਪਰਿਵਾਰ ਵਿੱਚੋਂ ਹੈ। ਉਹਨਾਂ ਜ਼ਮਾਨਿਆਂ ਵਿੱਚ ਮੋਦੀ ਦੀ ਸੇਲਜ਼ ਮੈਨੇਜਰ ਦੀ ਨੌਕਰੀ ਮਾਇਨੇ ਰੱਖਦੀ ਹੈ। 762 ਰੁਪਏ ਉਹਨਾਂ ਜ਼ਮਾਨਿਆਂ ਦੇ ਵਿੱਚ ਬਕਾਇਆ ਰਹਿ ਜਾਣਾ ਗੁਰੂ ਪਾਤਸ਼ਾਹ ਦੀ ਤਨਖਾਹ। ਤੇ ਤੁਰਨ ਵੇਲੇ ਜਦੋਂ ਗੁਰੂ ਪਾਤਸ਼ਾਹ ਤਨਖਾਹ ਛੱਡਦੇ ਨੇ ਨਾ, ਮੋਦੀਖਾਨਾ ਛੱਡਦੇ ਨੇ, ਤੇ ਨਵਾਬ ਦੌਲਤ ਖਾਂ ਕਹਿੰਦਾ 6 ਮਹੀਨਿਆਂ ਦੀ 1000 ਦੇ ਦਿਆ ਕਰਾਂਗਾ, ਮੋਦੀਖਾਨਾ ਨਾ ਛੱਡੋ। ਚੰਗੀ ਚੋਖੀ ਤਨਖਾਹ ਹੈ। ਜਿਹੜਾ ਅਮੀਰ ਹੁੰਦਾ ਹੈ ਨਾ, ਉਹ ਜਦੋਂ ਲਿਸਟ ਬਣਾਉਂਦਾ ਹੈ ਖੁੱਲ੍ਹੇ ਦਿਲ ਨਾਲ ਬਣਾਉਂਦਾ ਹੈ। ਭਾਈ ਮਨਸੁਖ ਵੀ ਬੜਾ ਹੈਰਾਨ ਹੈ। ਇੱਕ ਮਿਰਾਸੀ, ਇੱਕ ਗਰੀਬ ਦੀ ਧੀ ਦੇ ਵਿਆਹ ਤੇ ਇੰਨਾ ਸਮਾਨ ਕੀਮਤੀ, ਜੋ ਵੀ ਉਸ ਵੇਲੇ ਚੜ੍ਹਦੀ ਕਲਾ ਵਿੱਚ ਵਿਆਹ ਹੁੰਦਾ ਸੀ, ਉਹ ਸਾਰੇ ਸਮਾਨ ਦੀ ਲਿਸਟ ਦੇਖੀ ਹੈ। ਤੇ ਭਾਈ ਮਨਸੁਖ ਉਹਨਾਂ ਦੇ ਨਾਲ ਨਾਲੇ ਤਾਂ ਸਮਾਨ ਸਾਰਾ ਇਕੱਠਾ ਕਰਵਾਈ ਜਾਂਦਾ ਹੈ, ਨਾਲੇ ਗੁਰੂ ਪਾਤਸ਼ਾਹ ਦੇ ਬਚਨ ਸੁਣੀ ਜਾਂਦਾ ਹੈ। ਭਾਈ ਭਗੀਰਥ ਗੁਰੂ ਪਾਤਸ਼ਾਹ ਦੇ ਦੱਸੇ ਹੋਏ ਉਪਦੇਸ਼ ਉਹਦੇ ਨਾਲ ਸਾਂਝੇ ਕਰਦਾ ਹੈ। ਜਦੋਂ ਵੀ ਕੋਈ ਗੁਰਬਾਣੀ ਦੇ ਉਪਦੇਸ਼ ਕਿਸੇ ਨਾਲ ਸਾਂਝੇ ਕਰਦਾ ਹੈ, ਉਹਨੂੰ ਆਨੰਦ ਆਉਂਦਾ ਹੈ। ਉੱਥੇ ਇੱਕ ਹੋਰ ਕਮਾਲ ਦੀ ਚੀਜ਼ ਜੋ ਵਾਪਰਦੀ ਹੈ, ਭਾਈ ਭਗੀਰਥ ਦੇ ਜੀਵਨ ਦਾ ਜਜ਼ਬਾ, ਉਹ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗਾ। ਬਹੁਤ ਖੂਬ। ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਹਿਲ। ਫੋਨ ਨੰਬਰ 4033333313 ਅਤੇ ਈਮੇਲ chalhomes@gmail.com। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ।
ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸਾਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਧੰਨਵਾਦ ਤੁਹਾਡਾ ਸਾਰਿਆਂ ਦਾ। ਬ੍ਰੇਕ ਤੋਂ ਪਹਿਲਾਂ ਆਪਾਂ ਦੀਦਾਰ ਕਰ ਰਹੇ ਸੀ। ਸਾਡੇ ਜ਼ਿਹਨ ਵਿੱਚ ਇੱਕ ਸੀਨ ਬਣਿਆ ਹੋਇਆ ਸੀ। ਲਾਹੌਰ ਦੇ ਵੱਡੇ ਵਪਾਰੀ ਭਾਈ ਮਨਸੁਖ ਦੀ ਦੁਕਾਨ ਦੇ ਉੱਪਰ ਭਾਈ ਮਰਦਾਨਾ ਜੀ ਦੀ ਬੇਟੀ ਦੇ ਵਿਆਹ ਵਾਸਤੇ ਮਲਸੀਹਾਂ ਦਾ ਅਲੰਬਰਦਾਰ ਭਾਈ ਭਗੀਰਥ ਲਿਸਟ ਦੇ ਕੇ ਭਾਈ ਮਨਸੁਖ ਸਮਾਨ ਕਢਵਾ ਰਿਹਾ ਹੈ ਤੇ ਭਾਈ ਭਗੀਰਥ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਹੋਏ ਉਪਦੇਸ਼ ਉਹਦੇ ਨਾਲ ਸ਼ੇਅਰ ਕਰ ਰਹੇ ਨੇ। ਕਿੱਦਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਇਆ ਨਿਮਰਤਾ ਵਿੱਚ ਰਹਿਣਾ ਹੈ ਤੇ ਨਿਮਰਤਾ ਹਰ ਗੁਣ ਦਾ ਜੜ ਹੈ। ਇਹਦੇ ਨਾਲ ਜ਼ਿੰਦਗੀ 'ਚ ਮਿਠਾਸ ਪੈਦਾ ਹੁੰਦੀ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਇਹੋ ਜਿਹੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਦੀਆਂ ਜਦੋਂ ਭਾਈ ਮਨਸੁਖ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਨਾਲ ਨਾਲ ਜਿਹੜੀ ਬਾਣੀ ਗੁਰੂ ਨਾਨਕ ਪਾਤਸ਼ਾਹ ਸਿਖਾਉਂਦੇ ਸੀ ਉਹ ਬਾਣੀ ਦੀਆਂ ਪੰਗਤੀਆਂ, ਬਾਣੀ ਦੇ ਸ਼ਬਦ ਭਾਈ ਮਨਸੁਖ ਨੂੰ ਸੁਣਾਏ ਜਾਂਦੇ ਨੇ। ਭਾਈ ਮਨਸੁਖ ਨੂੰ ਲੱਗਦਾ ਹੈ ਅੱਜ ਮੇਰੀ ਦੁਕਾਨ ਇੱਕ ਧਰਮਸ਼ਾਲਾ ਬਣ ਗਈ ਹੈ। ਮੈਂ ਬੇਨਤੀ ਕਰਾਂ ਤੁਸੀਂ ਜਿਤਨੇ ਵੀ ਦਰਸ਼ਕ ਇਹ ਗੁਰਗਿਆਨ ਦਾ ਨਗਾਰਾ ਸ਼ੋਅ ਦੇਖਦੇ ਹੋ, ਸਾਡੇ YouTube ਚੈਨਲ ਗੁਰਗਿਆਨ TV ਤੋਂ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਕਰਦੇ ਹੋ। ਉੱਥੇ ਇੱਕ ਅੱਧੇ ਘੰਟੇ ਦੀ ਵੀਡੀਓ ਰੋਜ਼ਾਨਾ ਅਪਲੋਡ ਹੁੰਦੀ ਹੈ। ਅੱਧੇ ਘੰਟੇ ਦੀ ਵੀਡੀਓ ਦੇ ਨਾਲ ਇੱਕ ਅੰਗ ਅਰਥਾਂ ਸਮੇਤ ਸਹਿਜ ਪਾਠ ਹੁੰਦਾ ਹੈ। ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ, ਤੁਸੀਂ ਕਲਿੱਕ ਕਰਕੇ ਅੱਖਾਂ ਦੇ ਨਾਲ ਦਰਸ਼ਨ ਕਰਦੇ ਹੋ। ਸਾਰਾ ਅੰਗ, ਸਾਰਾ ਪੇਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਕਰੀਨ 'ਤੇ ਓਪਨ ਹੋ ਜਾਂਦਾ ਹੈ ਤੇ ਤੁਸੀਂ ਸੁਣਨਾ ਹੁੰਦਾ ਹੈ। ਤੁਸੀਂ ਸਹਿਜ ਪਾਠ ਵੀ ਅਰਥਾਂ ਸਮੇਤ ਕਰਦੇ ਹੋ। ਜਿਨ੍ਹਾਂ ਨਹੀਂ ਕੀਤਾ ਉਹ ਜ਼ਰੂਰ ਸਾਡੇ YouTube ਚੈਨਲ ਗੁਰਗਿਆਨ TV ਨੂੰ ਸਬਸਕ੍ਰਾਈਬ ਕਰ ਦਿਓ। ਰੋਜ਼ਾਨਾ ਅਰਥਾਂ ਸਮੇਤ ਸਹਿਜ ਪਾਠ ਕਰੋ। ਜਿਹੜੇ ਕਰਦੇ ਨੇ ਤੁਸੀਂ ਜਾਣਦੇ ਹੋ ਕਿ ਜਦੋਂ ਇਹ ਸਾਡਾ ਗੁਰਗਿਆਨ ਦਾ ਨਗਾਰਾ ਸ਼ੋਅ ਤੁਸੀਂ ਦੇਖ ਰਹੇ ਹੁੰਦੇ ਹੋ ਜਾਂ ਤੁਸੀਂ ਸਾਡੇ ਗੁਰਗਿਆਨ TV YouTube ਚੈਨਲ ਤੋਂ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਹੁੰਦੇ ਹੋ, ਤੁਹਾਨੂੰ ਲੱਗਦਾ ਹੈ ਨਾ ਤੁਹਾਡਾ ਘਰ ਧਰਮਸ਼ਾਲਾ ਵਰਗਾ ਬਣ ਗਿਆ। ਤੁਹਾਡੇ ਘਰ ਵਿੱਚ ਇੱਕ ਆਨੰਦ ਦੀਆਂ ਲਹਿਰਾਂ ਮਹਿਸੂਸ ਹੁੰਦੀਆਂ ਨੇ ਨਾ। ਇੱਦਾਂ ਹੀ ਭਾਈ ਮਨਸੁਖ ਨੂੰ ਮਹਿਸੂਸ ਹੁੰਦਾ ਸੀ ਅੱਜ ਮੇਰੀ ਦੁਕਾਨ ਇੱਕ ਧਰਮਸ਼ਾਲਾ ਬਣ ਗਈ ਹੈ। ਸਮਾਨ ਕਢਵਾਉਂਦਿਆਂ ਸ਼ਾਮ ਹੋ ਗਈ। ਦੁਕਾਨ ਬੰਦ ਕਰਨ ਦਾ ਸਮਾਂ ਆ ਗਿਆ। ਉੱਧਰੋਂ ਆਨੰਦ ਬਣਿਆ ਹੋਇਆ ਹੈ। ਐਸਾ ਆਨੰਦ ਪਹਿਲਾਂ ਕਦੇ ਉਹਦੀ ਦੁਕਾਨ 'ਤੇ ਨਹੀਂ ਬਣਿਆ। ਕੋਈ ਦੁਕਾਨ 'ਤੇ ਸੌਦਾ ਖਰੀਦਣ ਜਾਵੇ ਤੇ ਗੁਰੂ ਕੀਆਂ ਬਾਤਾਂ ਕਰੇ, ਆਹਾ ਕਮਾਲ ਹੈ। ਕੋਈ ਦੁਕਾਨਦਾਰ ਆਪਣੀ ਦੁਕਾਨ ਚਲਾਵੇ ਤੇ ਗੁਰੂ ਦੀਆਂ ਬਾਤਾਂ ਸੁਣੇ, ਕਮਾਲ ਹੈ। ਐਸਾ ਮਾਹੌਲ ਬਣਿਆ। ਦੁਕਾਨ ਬੰਦ ਕਰਨ ਦਾ ਸਮਾਂ ਆ ਗਿਆ। ਭਾਈ ਮਨਸੁਖ ਕਹਿਣ ਲੱਗਾ, ਭਾਈ ਭਗੀਰਥ ਜੀ ਬਾਕੀ ਸਮਾਨ ਤੇ ਸਾਰਾ ਕਢਵਾ ਦਿੱਤਾ ਹੈ, ਆ ਜਿਹੜਾ ਸੋਨੇ ਦਾ ਸਮਾਨ ਕਿਹਾ, ਸੋਨੇ ਦੇ ਗਹਿਣੇ, ਉਹ ਤਿਆਰ ਨਹੀਂ ਹੋ ਸਕਣੇ। ਤੁਸੀਂ ਇੱਦਾਂ ਕਰੋ, ਮੈਨੂੰ ਤੁਹਾਡੇ ਗੁਰੂ ਪਾਤਸ਼ਾਹ ਦੀਆਂ ਬਾਤਾਂ ਬਹੁਤ ਚੰਗੀਆਂ ਲੱਗਦੀਆਂ ਨੇ, ਮੈਨੂੰ ਅੱਜ ਬਹੁਤ ਆਨੰਦ ਆਇਆ, ਤੁਸੀਂ ਮੇਰੇ ਕੋਲੇ ਰਾਤ ਰਹੋ, ਆਪਾਂ ਰਾਤ ਨੂੰ ਵੀ ਤੁਹਾਡੀਆਂ ਬਾਤਾਂ ਸੁਣਾਂਗੇ। ਸਵੇਰ ਵੇਲੇ ਨੂੰ ਮੈਂ ਕਹਿ ਕੇ ਰਾਤ ਨੂੰ ਇਹ ਗਹਿਣੇ ਤਿਆਰ ਕਰਵਾ ਦਿੰਦਾ, ਤੁਸੀਂ ਸਵੇਰੇ ਚਲੇ ਜਾਣਾ। ਭਾਈ ਭਗੀਰਥ ਜੀ ਕਹਿਣ ਲੱਗੇ, ਨਹੀਂ ਪਿਆਰਿਆ, ਅਸੀਂ ਆਪਣੇ ਗੁਰੂ ਦਾ ਦੀਵਾਨ ਨਹੀਂ ਛੱਡ ਸਕਦੇ। ਨਾਲੇ ਸਾਡੇ ਗੁਰੂ ਪਾਤਸ਼ਾਹ ਨੇ ਇੱਕ ਬਾਤ ਸਾਨੂੰ ਸਿਖਾਈ ਹੈ, ਜਦੋਂ ਤੁਸੀਂ ਆਪਣੇ ਟਿਕਾਣੇ ਤੋਂ ਕਿਤੇ ਹੋਰ ਰਵੋਗੇ ਤਾਂ ਮਾਨਸਿਕ ਖਿਲਾਰੇ ਪੈ ਜਾਂਦੇ ਨੇ, ਸਕੈਜੂਅਲ ਅਪਸੈਟ ਹੋ ਜਾਂਦਾ ਹੈ। ਤੇ ਜਦੋਂ ਸਕੈਜੂਅਲ ਅਪਸੈਟ ਹੋ ਜਾਵੇ, ਅੰਦਰ ਸਾਈਕੋਲੋਜੀਕਲੀ ਇਨਵਾਇਰਮੈਂਟ ਵਿੱਚ ਹੋਰ ਤਰ੍ਹਾਂ ਦੇ ਵਿਚਾਰਾਂ ਦਾ ਘੁੰਮਣ ਘੇਰੀ ਬਣ ਜਾਵੇ, ਤੇ ਫਿਰ ਦਾਤੇ ਦੇ
ਰੱਬੀ ਮਿਸ਼ਨ ਤੇ ਰੱਬੀ ਗਿਆਨ ਉਸ ਵੱਲ ਖਿੱਚ ਨਹੀਂ ਬਣਦੇ, ਮਨ ਨਹੀਂ ਲੱਗਦਾ। ਅਸੀਂ ਨਹੀਂ ਰਹਿ ਸਕਾਂਗੇ। ਅਸੀਂ ਕੱਲ ਨੂੰ ਦੁਬਾਰੇ ਆ ਜਾਵਾਂਗੇ, ਪਰ ਅਸੀਂ ਦਾਤੇ ਦਾ ਦੀਵਾਨ ਨਹੀਂ ਛੱਡ ਸਕਦੇ। ਅਸੀਂ ਆਪਣੇ ਦਾਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਨਹੀਂ ਛੱਡ ਸਕਦੇ। ਅਸੀਂ ਉਹਨਾਂ ਦੇ ਬਚਨ ਸੁਣਨ ਤੋਂ ਬਿਨਾਂ ਨਹੀਂ ਰਹਿ ਸਕਦੇ। ਜਦੋਂ ਇਹ ਬਾਤਾਂ ਭਾਈ ਮਨਸੁਖ ਨੇ ਸੁਣੀਆਂ ਤਾਂ ਉਹਨੂੰ ਇੱਦਾਂ ਲੱਗਿਆ ਵੀ ਕਮਾਲ ਦੇ ਬੰਦੇ ਨੇ ਇਹ। ਉਹਨੂੰ ਲੱਗਿਆ ਭਾਵੇਂ ਮੈਂ ਵੱਡਾ ਵਪਾਰੀ ਹਾਂ, ਪਰ ਅੱਜ ਮੈਂ ਇਹਨਾਂ ਤੋਂ ਬਹੁਤ ਪਿੱਛੇ ਹਾਂ। ਉਹਨੂੰ ਪਤਾ ਲੱਗਿਆ ਮੇਰੇ ਤੋਂ ਬਹੁਤ ਅੱਗੇ ਨੇ। ਸੱਚ ਜਾਣਿਓ, ਜਦੋਂ ਸਾਡੇ ਜੀਵਨ ਦਾ ਪ੍ਰਭਾਵ ਇਸ ਤਰ੍ਹਾਂ ਦਾ ਪੈਣ ਲੱਗ ਜਾਵੇ, ਇੱਕ ਗੁਰਬਾਣੀ ਪੜ੍ਹਨ ਵਾਲੇ ਨੂੰ ਦੂਸਰਾ ਗੁਰਸਿੱਖ ਸੋਚੇ ਕਿ ਮੈਂ ਬਾਣੀ ਨਹੀਂ ਪੜ੍ਹ ਰਿਹਾ, ਇਹ ਗੁਰਬਾਣੀ ਪੜ੍ਹਨ ਵਾਲਾ ਮੇਰੇ ਤੋਂ ਅੱਗੇ ਹੈ, ਫਿਰ ਉਹ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰੇਗਾ। ਜਦੋਂ ਕਿਸੇ ਨੂੰ ਲੱਗੇ ਕਿ ਜਿਹਨੂੰ ਗੁਰਬਾਣੀ ਦੇ ਅਰਥ ਆਉਂਦੇ ਨੇ ਇਹ ਮੇਰੇ ਤੋਂ ਅੱਗੇ ਹੈ, ਮੈਂ ਵੀ ਇਹਦੇ ਵਰਗਾ ਬਣਾ, ਉਹ ਅਸਲੀ ਪ੍ਰਚਾਰ ਬਣੇਗਾ। ਜਦੋਂ ਸਾਡੇ ਬੱਚਿਆਂ ਨੂੰ ਇਹ ਲੱਗੇ ਕਿ ਜਿਹੜੇ ਬੱਚੇ ਬਾਣੀ ਪੜ੍ਹ ਰਹੇ ਨੇ, ਜਿਹੜੇ ਬੱਚੇ ਇਤਿਹਾਸ ਪੜ੍ਹ ਰਹੇ ਨੇ, ਜਿਹੜੇ ਬੱਚੇ ਸਿੱਖੀ ਗੁਰਮਤਿ ਨਾਲ ਪਿਆਰ ਕਰਦੇ ਨੇ, ਉਹ ਸਾਡੇ ਤੋਂ ਅੱਗੇ ਨੇ। ਨਹੀਂ ਤਾਂ ਸਾਡੇ ਬੱਚਿਆਂ ਅੰਦਰ ਜਿਹੜਾ ਇੰਫੀਰੀਅਰਿਟੀ ਕੰਪਲੈਕਸ ਹੈ ਨਾ, ਉਹਨਾਂ ਨੂੰ ਕੁਸੰਗ ਵੱਲ ਲਿਜਾ ਰਿਹਾ ਹੈ। ਜਿਹੜੇ ਬੱਚੇ ਗਾਣੇ ਸੁਣਦੇ ਨੇ, ਜਿਹੜਾ ਬੱਚਾ ਨਹੀਂ ਗਾਣੇ ਸੁਣਦਾ, ਉਹਨੂੰ ਲੱਗਦਾ ਮੇਰੇ ਨਾਲੋਂ ਅੱਗੇ ਹੈ, ਮੈਂ ਨੀਵਾਂ, ਤੇ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ। ਕੈਸਾ ਅਸਰ ਪਿਆ ਭਾਈ ਮਨਸੁਖ ਦੇ ਉੱਪਰ। ਭਾਈ ਮਰਦਾਨਾ ਜੀ, ਭਾਈ ਭਗੀਰਥ ਜੀ ਵਾਪਸ ਆ ਗਏ ਨੇ। ਗੁਰੂ ਨਾਨਕ ਪਾਤਸ਼ਾਹ ਨੂੰ ਦੱਸਦੇ ਨੇ ਸਾਰਾ ਸਮਾਨ ਲੈ ਆਂਦਾ, ਗਹਿਣੇ ਕੱਲ੍ਹ ਨੂੰ ਮਿਲਣਗੇ। ਸਤਿਗੁਰੂ ਜੀ ਉਹਨਾਂ ਨੂੰ ਅੰਦਰੋਂ ਪੜਚੋਲਣ ਵਾਸਤੇ ਇੱਕ ਛੋਟੀ ਜਿਹੀ ਪ੍ਰੀਖਿਆ ਲੈਣ ਵਾਸਤੇ ਕਹਿੰਦੇ ਨੇ, ਤੁਸੀਂ ਰਾਤ ਰੁਕ ਜਾਣਾ ਸੀ, ਕੱਲ੍ਹ ਨੂੰ ਲੈ ਕੇ ਹੀ ਆ ਜਾਂਦੇ। ਭਾਈ ਭਗੀਰਥ ਬੋਲਿਆ, ਦਾਤਿਆ ਤੇਰੇ ਦਰਸ਼ਨਾਂ ਬਿਨਾਂ, ਤੇਰੇ ਬਚਨਾਂ ਬਿਨਾਂ, ਤੁਹਾਡੀ ਸ਼ਰਨ ਤੋਂ ਬਿਨਾਂ ਕਿੱਦਾਂ ਜਿਉ ਸਕਦੇ ਹਾਂ ਦਾਤਿਆ? ਨਹੀਂ, ਅਸੀਂ ਦੁਬਾਰੇ ਚਲੇ ਜਾਵਾਂਗੇ। ਮੈਂ ਫਿਰ ਦੁਹਰਾ ਦਿਆਂ, ਉਹਨਾਂ ਜ਼ਮਾਨਿਆਂ 'ਚ ਪੈਦਲ ਜਾਇਆ ਜਾਂਦਾ ਸੀ। ਸੁਲਤਾਨਪੁਰ ਲੋਧੀ ਤੋਂ ਲਾਹੌਰ ਜਾਂਦੇ ਨੇ, ਲਾਹੌਰ ਤੋਂ ਵਾਪਸ ਆ ਜਾਂਦੇ ਨੇ, ਅਗਲੇ ਦਿਨ ਫਿਰ ਜਾਂਦੇ ਨੇ। ਭਾਈ ਮਨਸੁਖ ਕਹਿੰਦਾ ਹੈ ਕਿ ਮੈਂ ਨਾਲ ਚੱਲਾਂਗਾ, ਮੈਂ ਵੀ ਉਸ ਗੁਰੂ ਦੇ ਦੀਦਾਰ ਕਰਾਂਗਾ ਜਿਸ ਗੁਰੂ ਦੇ ਬਚਨਾਂ ਨੇ ਤੁਹਾਡਾ ਸੁਭਾਅ ਸੰਵਾਰ ਦਿੱਤਾ ਹੈ, ਜਿਸ ਗੁਰੂ ਦੇ ਉਪਦੇਸ਼ਾਂ ਨੇ ਤੁਹਾਡੀ ਸੋਚ ਸ਼ਿੰਗਾਰ ਦਿੱਤੀ ਹੈ, ਜਿਸ ਗੁਰੂ ਦੇ ਉਪਦੇਸ਼ਾਂ ਨੇ ਤੁਹਾਡੇ ਜੀਵਨ ਨੂੰ ਐਸਾ ਕਮਾਲ ਦਾ ਬਣਾ ਦਿੱਤਾ ਹੈ, ਜਿਸ ਨੇ ਮੇਰਾ ਮਨ ਕੀਲ ਕੇ ਰੱਖ ਦਿੱਤਾ ਹੈ। ਮੈਂ ਵੀ ਨਾਲ ਚੱਲਾਂਗਾ। ਭਾਈ ਮਨਸੁਖ ਆਉਂਦਾ ਹੈ। ਹੁਣ ਜਿਹੜੇ ਸਰੋਤ ਲਿਖਦੇ ਨੇ ਕਿ ਪਹਿਲੀ ਵਾਰ ਮਿਲਾਪ ਹੁੰਦਾ ਹੈ, ਮੈਂ ਬੇਨਤੀ ਕਰਾਂ, ਮਿਲਾਪ ਤਾਂ ਭਾਵੇਂ ਪਹਿਲੀ ਵਾਰ ਹੁੰਦਾ ਹੋਏਗਾ, ਪਰ ਭਾਈ ਮਨਸੁਖ ਨੇ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਜ਼ਰੂਰ ਸੁਣਿਆ ਹੋਏਗਾ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਉਸ ਵਪਾਰੀ ਬਾਰੇ ਪਤਾ ਹੋਏਗਾ। ਗੁਰੂ ਪਾਤਸ਼ਾਹ ਦੀ ਸ਼ਰਨ ਪਹੁੰਚਦਾ ਹੈ, ਦੀਵਾਨ ਅਟੈਂਡ ਕਰਦਾ ਹੈ। ਬਾਕੀ ਗੁਰਸਿੱਖ ਬੜੇ ਪਿਆਰ ਵਿੱਚ ਭਿੱਜਦੇ ਨੇ। ਭਾਈ ਮਨਸੁਖ ਨੂੰ ਲੱਗਦਾ ਹੈ, ਅੱਜ ਮੈਂ ਭੁੱਲਿਆ ਕਿਉਂ ਰਿਹਾ, ਅੱਜ ਤੱਕ ਮੈਂ ਜ਼ਿੰਦਗੀ 'ਚ ਗੁਆਚਿਆ ਕਿਉਂ ਰਿਹਾ, ਮੈਂ ਇਸ ਖਜ਼ਾਨੇ ਤੋਂ ਵਾਂਝਾ ਕਿਉਂ ਰਿਹਾ। ਜਦੋਂ ਦੀਵਾਨ ਸਮਾਪਤੀ ਹੁੰਦੀ ਹੈ, ਸਤਿਗੁਰ ਸੱਚੇ ਪਾਤਸ਼ਾਹ ਦੀਆਂ ਨਜ਼ਰਾਂ ਨਾਲ ਨਜ਼ਰਾਂ ਮਿਲਾਉਂਦੇ ਨੇ, ਤੇ ਭਾਈ ਮਨਸੁਖ ਕਹਿੰਦਾ, ਦਾਤਿਆ ਨਾਮ ਤਾਂ ਮੇਰਾ ਮਨਸੁਖ ਹੈ, ਪਰ ਮੇਰਾ ਮਨ ਸੁਖੀ ਨਹੀਂ ਹੈ। ਦਾਤਾ ਜੀ ਉਸ ਨੂੰ ਕਾਗਜ਼ ਦੇ ਉੱਪਰ ਲਿਖ ਕੇ ਬਾਣੀ ਦੇ ਦਿੰਦੇ ਨੇ, ਜਾਂ ਇੱਦਾਂ ਕਹਿ ਲਓ ਕਿ ਲਿਖੀ ਹੋਈ ਬਾਣੀ ਦੀ ਪੋਥੀ ਦੇ ਦਿੰਦੇ ਨੇ। ਭਾਈ ਮਨਸੁਖ ਆ ਲੈ ਜਾ, ਬਾਣੀ ਪੜ੍ਹਿਆ ਕਰ, ਸਮਝਿਆ ਕਰ ਇਹਨਾਂ ਰੱਬੀ ਉਪਦੇਸ਼ਾਂ ਨੂੰ। ਜਿੰਨੀ ਸਮਝ ਆ ਜਾਵੇ ਇਹਨਾਂ ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਇਆ ਕਰ। ਜਿੰਨਾਂ ਰੱਬੀ ਉਪਦੇਸ਼ਾਂ ਨੂੰ, ਗੁਰੂ ਦੀ ਬਾਣੀ ਨੂੰ ਜ਼ਿੰਦਗੀ 'ਚ ਜਿਉਵਾਂਗੇ, ਉਹਨਾਂ ਅੰਦਰ ਇੱਕ ਸਕੂਨ, ਆਨੰਦ ਆਏਗਾ। ਇੱਥੇ ਮੈਂ ਬੇਨਤੀ ਕਰ ਦੇਵਾਂ, ਗੁਰਬਾਣੀ ਤਾਂ ਐਸੀ ਇੱਕ ਦਾਤ ਹੈ, ਐਸੀ ਇੱਕ ਕੀਮਤੀ ਤੋਹਫਾ ਹੈ। ਇਹ ਤਾਂ ਸ਼ਰਧਾ ਸਤਿਕਾਰ ਦੇ ਨਾਲ, ਕੋਈ ਅਰਥ ਨਾ ਵੀ ਸਮਝ ਆਉਣ, ਪੜ੍ਹਦਿਆਂ ਵੀ ਇੱਕ ਸਕੂਨ ਮਿਲਦਾ ਹੈ, ਸੁਣਦਿਆਂ ਵੀ ਇੱਕ ਸਕੂਨ ਮਿਲਦਾ ਹੈ। ਜਦੋਂ ਗੁਰਬਾਣੀ ਦੇ ਅਰਥ ਸਮਝ ਆ ਜਾਣ ਤੇ ਜ਼ਿੰਦਗੀ ਵਿੱਚ ਜਿਉਣ ਦੀ ਬਾਤ ਆ ਜਾਵੇ, ਉਹ ਤਾਂ ਫਿਰ ਕਮਾਲ ਤੋਂ ਵੀ ਪਰੇ ਹੈ। ਸ਼ਾਇਦ ਕਮਾਲ ਸ਼ਬਦ ਵੀ ਛੋਟਾ ਹੈ। ਇਹ ਜਿਹੜਾ ਵਰਤਾਰਾ ਵਰਤਿਆ ਭਾਈ ਮਲਸੀਹਾਂ, ਵਾਹਿਗੁਰੂ ਪਿੰਡ ਮਲਸੀਹਾਂ ਦੇ ਅਲੰਬਰਦਾਰ ਭਾਈ ਭਗੀਰਥ, ਉਹਦੇ ਬਚਨ ਤੇ ਉਹਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਭਾਈ ਮਨਸੁਖ ਜੁੜਦਾ ਹੈ। ਗੁਰਬਾਣੀ ਅੰਦਰ ਬੜੀ ਪਿਆਰੀ ਪੰਕਤੀ ਹੈ, ਕੋਈ ਜਨ
ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਅਗਰ ਕੋਈ ਕਿਸੇ ਨੂੰ ਰੱਬ ਨਾਲ ਜੋੜਦਾ ਹੈ, ਮੇਰੀਆਂ ਨਜ਼ਰਾਂ 'ਚੋਂ ਬਹੁਤ ਕੀਮਤੀ ਹੈ ਤੇ ਮੈਂ ਉਹਦੇ ਚਰਨ ਪਰਸਦਾ ਹਾਂ। ਮੈਂ ਉਹਦੇ ਲਈ ਪ੍ਰਾਣ ਭੇਟਾ ਕਰਦਾ, ਭਾਵ ਮੈਂ ਉਹਦੇ ਤਨੋਂ ਮਨੋਂ ਕੁਰਬਾਨ ਜਾਂਦਾ ਹਾਂ। ਇਸ ਤਰ੍ਹਾਂ ਦੇ ਜੀਵਨ ਦੁਨੀਆ ਤੇ ਚਾਹੀਦੇ ਨੇ ਜੋ ਹੋਰਨਾਂ ਨੂੰ ਜੋੜਨ ਵਾਲੇ ਹੋਣ। ਇਹ ਜਿਹੜੀ ਸਾਖੀ ਹੈ ਨਾ, ਇਹ ਸਾਖੀ ਦੀ ਰੂਹ ਪਤਾ ਕੀ ਹੈ? ਭਾਈ ਭਗੀਰਥ ਜੀ ਵਰਗਾ ਜਜ਼ਬਾ, ਭਾਈ ਭਗੀਰਥ ਜੀ ਵਰਗਾ ਗੁਰੂ ਤੋਂ ਆਪਾ ਵਾਰਨ ਦੀ ਭਾਵਨਾ, ਭਾਈ ਭਗੀਰਥ ਜੀ ਵਾਂਗ ਆਪਣੇ ਬੋਲਾਂ ਵਿੱਚ ਇੱਕ ਮੈਗਨੈਟਿਕ ਖਿੱਚ ਕਿ ਇੱਕ ਨਵੇਂ ਵਿਅਕਤੀ ਨੂੰ ਆਪਣੇ ਗੁਰੂ ਨਾਲ ਜੋੜਨਾ, ਇਹ ਸਾਖੀ ਦੀ ਰੂਹ ਹੈ। ਆਖੋ ਵਾਹਿਗੁਰੂ। ਇਹਦੇ 'ਚੋਂ ਸਿੱਖਿਆ ਇਹ ਹੈ, ਅਸੀਂ ਤੇ ਹਲੇ ਇਦਾਂ ਹੀ ਝੁਰਦੇ ਪਏ ਹਾਂ ਕਿ ਸਾਡੇ ਬੱਚੇ ਨਹੀਂ ਜੁੜ ਰਹੇ। ਅਸੀਂ ਤੇ ਬਣਜ਼ਾਰਾ ਬਣ ਕੇ ਹੋਰਨਾਂ ਨੂੰ ਜੋੜਨਾ ਸੀ। ਭਾਈ ਭਗੀਰਥ ਜੀ ਦੀ ਇਸ ਸਾਖੀ ਤੋਂ ਅਸੀਂ ਇੱਕ ਸਿੱਖਿਆ ਲੈਣੀ ਹੈ। ਅਸੀਂ ਖੁਦ ਜੋੜਨਹਾਰੇ ਬਣਨਾ ਹੈ, ਅਸੀਂ ਜੋੜਨ ਵਾਲੇ ਬਣਨਾ ਹੈ। ਅਸੀਂ ਗੁਰੂ ਪਿਤਾ ਨੂੰ ਆਪਾ ਵਾਰ ਦੇਣਾ ਹੈ। ਅਸੀਂ ਆਪਣੀਆਂ ਭਾਵਨਾਵਾਂ, ਆਪਣੇ ਜਜ਼ਬਾਤ, ਆਪਣੇ ਵਿਚਾਰ ਆਪਣੇ ਗੁਰੂ ਪਿਤਾ ਜੀ ਨੂੰ ਸਮਰਪਿਤ ਕਰ ਦੇਣੇ ਨੇ। ਹੋਰਨਾਂ ਨੂੰ ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੇ ਵਿਰਸੇ ਦੇ ਨਾਲ, ਗੁਰੂ ਦੀ ਸਿੱਖੀ ਦੇ ਨਾਲ, ਗੁਰੂ ਪਾਤਸ਼ਾਹ ਦੇ ਇਤਿਹਾਸ ਦੇ ਨਾਲ, ਗੁਰੂ ਦੀ ਸੋਚ ਗੁਰਮਤ ਦੇ ਨਾਲ ਜੋੜਨਾ ਹੈ। ਇੱਕ ਅਸੀਂ ਟਾਰਗੇਟ ਬਣਾਈਏ। ਸਾਡਾ ਟਾਰਗੇਟ ਹੋਵੇ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜੋੜਨਾ ਹੈ। ਅਸੀਂ ਟੀਨਏਜਰਸ ਦੇ ਜ਼ਹਿਨੀਅਤ ਵਿੱਚ, ਉਹਨਾਂ ਦੇ ਜ਼ਿਹਨ ਵਿੱਚ ਗੁਰਬਾਣੀ, ਗੁਰੂ ਵਿਰਸੇ ਦੀਆਂ ਉੱਚ ਮਿਆਰੀ ਕਦਰਾਂ ਕੀਮਤਾਂ ਦਾ ਪਿਆਰ ਭਰਨਾ ਹੈ। ਅਸੀਂ ਛੋਟੇ ਛੋਟੇ ਬੱਚਿਆਂ ਦੇ ਅੰਦਰ ਗੁਰੂ ਵਿਰਸੇ ਦਾ ਪਿਆਰ ਭਰਨਾ ਹੈ। ਉਹਨਾਂ ਦੇ ਅੰਦਰ ਫੈਮਿਲੀ ਮੈਨਰਸ ਭਰਨੇ ਨੇ। ਆਪਾਂ ਸਾਰੇ, ਹਰ ਸਿੱਖ ਖੁਦ ਪ੍ਰਚਾਰਕ ਬਣੇ। ਤੇ ਨਾਲ ਮੈਂ ਬੇਨਤੀ ਕਰ ਦੇਵਾਂ, ਜਿੰਨੇ ਵੀ ਤੁਸੀਂ ਇਹ ਜੋਏ ਟੀਵੀ ਤੋਂ ਦੇਖ ਰਹੇ ਹੋ, ਜਾਂ ਫੇਥ ਟੀਵੀ ਤੋਂ ਦੇਖ ਰਹੇ ਹੋ, ਜਾਂ ਜੋਏ ਟੀਵੀ ਦੀ ਐਪ ਤੋਂ ਦੇਖ ਰਹੇ ਹੋ, ਜਾਂ ਤੁਸੀਂ ਸਾਡੇ YouTube ਚੈਨਲ ਗੁਰਗਿਆਨ ਟੀਵੀ ਤੋਂ ਦੇਖ ਰਹੇ ਹੋ, ਤੁਸੀਂ ਸਾਰੇ ਪ੍ਰਣ ਕਰੋ, ਹਰ ਗੁਰੂ ਕਾ ਗੁਰਸਿੱਖ ਖੁਦ ਪ੍ਰਚਾਰਕ ਬਣੇ। ਇਹ ਸਾਡੀਆਂ ਵੀਡੀਓਜ਼ ਉਹਨੂੰ ਆਪਣੀ ਫੇਸਬੁੱਕ ਪ੍ਰੋਫਾਈਲ ਤੇ ਸ਼ੇਅਰ ਕਰੋ, WhatsApp ਗਰੁੱਪਸ ਦੇ ਉੱਪਰ ਸ਼ੇਅਰ ਕਰ ਦੇਵੋ। ਤੁਸੀਂ ਆਪਣੇ ਹਰ ਰਿਸ਼ਤੇਦਾਰ, ਰਿਲੇਟਿਵ, ਫਰੈਂਡਸ ਨੂੰ WhatsApp ਰਾਹੀਂ ਭੇਜੋ। ਫੋਨ ਕਾਲ ਕਰਕੇ, ਈਮੇਲ ਕਰਕੇ, WhatsApp ਮੈਸੇਜ ਕਰਕੇ ਹਰ ਇੱਕ ਨੂੰ ਮੋਟੀਵੇਟ ਕਰੋ। ਜਦੋਂ ਤੁਸੀਂ ਮੋਟੀਵੇਟ ਕਰੋਗੇ, ਸ਼ੇਅਰ ਕਰੋਗੇ, ਤਾਂ ਇਹ ਤੁਹਾਡਾ ਸ਼ੇਅਰ ਕਰਨਾ, ਮੋਟੀਵੇਟ ਕਰਨਾ ਵੀ ਇੱਕ ਪ੍ਰਚਾਰ ਹੈ। ਇਹ ਕਲੈਕਟਿਵ ਕੌਨਸ਼ੀਅਸਨੈਸ ਜਗਾਏਗਾ। ਅਸੀਂ ਸਾਖੀ ਸਮਝੀਏ, ਸਾਖੀ ਦੀ ਰੂਹ ਨੂੰ ਸਮਝੀਏ, ਉਹਦੀ ਸਿੱਖਿਆ ਨੂੰ ਜ਼ਿੰਦਗੀ 'ਚ ਜਿਉਈਏ। ਅਗਲੇ ਮਹੀਨੇ ਫਿਰ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਤੇ ਅਗਲੇ ਹਫਤੇ ਗੁਰਮਤ ਦਾ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਓ, ਆਪਾਂ ਸੁਣ ਰਹੇ ਸੀ ਗਿਆਨੀ ਰਾਮ ਸਿੰਘ ਚਹਿਲਾਂ ਜੀ ਤੋਂ ਸਾਖੀ। ਜਿਹੜੇ ਵੀ ਗਿਆਨੀ ਰਾਮ ਸਿੰਘ ਚਹਿਲਾਂ ਜੀ ਦੇ ਫੈਨ ਹਨ, ਉਹਨਾਂ ਨੂੰ ਮਾਣ ਹੈ ਕਿ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਗਿਆਨੀ ਰਾਮ ਸਿੰਘ ਜੀ ਚਹਿਲਾਂ ਜੀ ਦਾ ਤਰੀਕਾ ਸਭ ਤੋਂ ਵਿਲੱਖਣ ਅਤੇ ਨਿਰਾਲਾ ਹੈ। ਇਹ ਹਮੇਸ਼ਾ ਸਮੇਂ ਦੇ ਹਾਣੀ ਬਣ ਕੇ ਅਜੋਕੇ ਯੁੱਗ ਦੇ ਪਰਿਵਾਰਿਕ ਅਤੇ ਸਮਾਜਿਕ ਹਾਲਾਤਾਂ ਦੀਆਂ, ਰੋਜ਼ਾਨਾ ਦੀਆਂ ਲੋੜਾਂ ਅਤੇ ਸਮੱਸਿਆਵਾਂ ਬਾਰੇ ਬਾਖੂਬ ਚਾਨਣਾ ਪਾਉਂਦੇ ਹਨ। ਇਹਨਾਂ ਦੇ ਵਿਚਾਰਾਂ ਵਿੱਚ ਮੈਸੇਜ ਵੀ ਹੁੰਦੇ ਹਨ ਅਤੇ ਹਲੂਣੇ ਅਤੇ ਪ੍ਰੇਰਨਾਵਾਂ ਵੀ ਹੁੰਦੀਆਂ ਨੇ। ਜੋ ਵੀ ਗਿਆਨੀ ਰਾਮ ਸਿੰਘ ਚਹਿਲਾਂ ਜੀ ਦੇ ਵਿਚਾਰ ਇੱਕ ਵਾਰੀ ਸੁਣ ਲੈਂਦਾ ਹੈ, ਉਸ ਦੇ ਅੰਦਰ ਸਿੱਖੀ ਪ੍ਰਤੀ ਪਿਆਰ ਵੀ ਜਾਗਦਾ ਹੈ ਅਤੇ ਆਪਣੇ ਬੱਚਿਆਂ ਨੂੰ ਗੁਰੂ ਵਿਰਸੇ ਨਾਲ ਜੋੜਨ ਲਈ ਜਜ਼ਬਾ ਵੀ ਪੈਦਾ ਹੁੰਦਾ ਹੈ। ਤੁਸੀਂ ਸਾਰੇ ਆਪਣੇ ਬੱਚਿਆਂ ਨੂੰ ਕਹੋ ਕਿ ਉਹ ਕਾਪੀ ਪੈਨ ਲੈ ਕੇ ਹਰ ਹਫਤੇ ਗਿਆਨੀ ਰਾਮ ਸਿੰਘ ਚਹਿਲਾਂ ਜੀ ਦੇ ਵਿਚਾਰ ਸੁਣਨ ਅਤੇ ਆਪਣੇ ਨੋਟਸ ਬਣਾਉਣ। ਸਾਡਾ ਇਹ ਐਪੀਸੋਡ ਇੱਕ ਤਰ੍ਹਾਂ ਨਾਲ ਘਰ ਬੈਠ ਕੇ ਇੱਕ ਕਲਾਸ ਲਾਉਣ ਵਾਂਗ ਕੰਮ ਦੇਵੇਗਾ। ਅਗਲੇ ਸੈਗਮੈਂਟ ਵਿੱਚ ਸਾਡੇ ਕੈਨੇਡੀਅਨ ਬੱਚੇ ਦੀ ਪਰਫਾਰਮੈਂਸ ਹੋਵੇਗੀ। ਆਪਾਂ ਮੰਨਤ ਕੌਰ ਅਤੇ ਮਿਲਨ ਕੌਰ ਜੀ ਨੂੰ ਸੁਣਾਂਗੇ। ਪਰ ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ।
ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਹਿਲ ਫੋਨ ਨੰਬਰ 4033333313 ਅਤੇ ਈਮੇਲ chalhomes@gmail.com ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ ਐਸਯੂਵੀ ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com IT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ ਜਿਵੇਂ ਸ਼ਿੰਗਲ ਟਾਇਲ ਸੀਡਰ ਫਲੈਟ ਰੂਫ ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ-ਇਨ ਰਬਰ ਕਟਰ ਬਣਾ ਦਿੰਦੇ ਹਾਂ ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643 ਤਾਰਨ 604 897 0363 ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ ਸੰਪਰਕ ਕਰਨ ਲਈ ਫੋਨ ਨੰਬਰ 4034702260 ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ ਆਪਣਾ ਬਾਜ਼ਾਰ ਸੈਸਕਟੂਨ ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ ਹੁਣ ਸਮਾਂ ਹੈ ਕੈਨੇਡੀਅਨ ਬੱਚਿਆਂ ਦੀ ਪਰਫਾਰਮੈਂਸ ਦਾ ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਮੈਂ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਗਿਆਨੀ ਰਾਮ ਸਿੰਘ ਜੀ ਚਹਿਲਾਂ ਵੱਲੋਂ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਚਲਾਈ ਜਾ ਰਹੀ ਹੈ ਜਿਹੜੇ ਵੀ ਬੱਚੇ ਘਰ ਬੈਠੇ ਮਾਂ ਬੋਲੀ ਪੰਜਾਬੀ ਸਿੱਖਣੀ ਚਾਹੁੰਦੇ ਹਨ ਅਤੇ ਗੁਰੂ ਵਿਰਸੇ ਦਾ ਗਿਆਨ ਪ੍ਰਾਪਤ ਕਰਨ ਲਈ ਕਲਾਸਾਂ ਲਾਉਣੀਆਂ ਚਾਹੁੰਦੇ ਹਨ ਉਹ ਸਾਡੀ ਵੈਬਸਾਈਟ gurgyan.com ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਇਹ ਕਲਾਸਾਂ ਹਰੇਕ ਸ਼ਨੀਵਾਰ ਨੂੰ ਹੁੰਦੀਆਂ ਨੇ ਜਿਨ੍ਹਾਂ ਨੂੰ ਇਹ ਸ਼ੋਅ ਚੰਗਾ ਲੱਗ ਰਿਹਾ ਹੈ ਉਹ ਸਾਨੂੰ ਸਹਿਯੋਗ ਦੇਣ ਲਈ ਆਪਣੇ ਕਾਰੋਬਾਰ ਦੀ ਐਡ ਦੇ ਕੇ ਜ਼ਰੂਰ ਸਪਾਂਸਰ ਕਰਨ ਐਡ ਦੇਣ ਲਈ ਸੰਪਰਕ ਕਰੋ 6395904464 639 590 4464 ਆਓ ਹੁਣ ਆਪਾਂ ਮਨਤ ਕੌਰ ਜੀ ਤੋਂ ਭਾਈ ਨੰਦ ਲਾਲ ਜੀ ਬਾਰੇ ਸੁਣਦੇ ਹਾਂ Vaheguru Ji Ka Khalsa, Vaheguru Ji Ki Fateh. My name is Manat Kaur. Today I'll be telling you the story of Bhai Nand Lal Ji. Guru's Langar is where we feed everyone, anytime and anywhere. Hundreds of years ago, the 10th Guru, Guru Gobind Singh Ji, was our leader. Every time the Sikhs wonder what lesson is next, Guruji declared to his beloveds that everyone must make langar in their own homes. He continued by saying that no one should leave their home without being served. The Sikhs listened to what he said. Still, Guruji wanted to test to see how ready are the Sikhs. One early morning, he disguised himself as a common traveler. He went door to door for food, but everyone says the same thing. Sorry, we don't have food ready. Come again later. Finally, he came to the door of Bhai Nand Lal Ji. He loved Guruji. When Guruji knocked on the door, he ran to open it and welcome the guest. Guruji asked for food. Bhai Nand Lal Ji went to get food. And Bhai Nand Lal Ji didn't know that the common traveler was Guruji. The next day, Guruji told that only one person who helped me and gave me food. The Sikhs realized that their beloved Guruji had tested them. From this story, we learned that we should make our house like a langar hall and not be selfish. Vaheguru Ji Ka Khalsa, Vaheguru Ji Ki Fateh. Excellent work, Manat Kaur ji. ਅਸੀਂ ਧੰਨਵਾਦੀ ਹਾਂ ਸਾਡੇ ਕੈਨੇਡੀਅਨ ਬੱਚਿਆਂ ਦੇ ਆਓ ਹੁਣ ਆਪਾਂ ਮਿਲਨ ਕੌਰ ਜੀ ਦੇ ਵਿਚਾਰ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰੂੰਗੀ ਮਾਂ ਦੀ ਵੈਲਿਊ ਬਾਰੇ A mother is a precious gift from God. It can never be found again once we lose it. We all have a 9-month stronger relationship with our mother than anyone else. ਉਹ ਆਪਾਂ ਨੂੰ ਉਹਦੇ ਢਿੱਡ ਵਿੱਚ 9 ਮਹੀਨਿਆਂ ਲਈ ਰੱਖਦੀ ਆ And during those 9 months, we make a really strong tie with her. The first 10 minutes of a mother's life when she gives birth is unpredictable. It's a situation between life and death. But leaving everything on the side, she still keeps you for 9 months and gives birth to a new life.
A mother is willing to give up everything for their child. एक माँ support system ਹੁੰਦੀ ਹੈ ਆਪਣੇ ਬੱਚੇ ਲਈ. She takes care of her child and protects them from all harm and danger. A mother is a form of God on earth who tries to fulfill all the needs and requirements of her child. She is an ocean of motherhood whose love and care for her child never decreases. She doesn't need any sign to understand our pain. She doesn't need any sign to understand our needs either. She can feel every pain, every gain, and every requirement just by seeing our eyes. The first word a child speaks after their birth is the word ma. This is enough to understand the love and affection of a mother of her children. A mother can risk her life to save her child from any kind of danger. ਜਿਹੜੀ ਸਾਡੇ ਰੋਣ ਤੇ ਰੋਂਦੀ ਆ ਤੇ ਹੱਸਣ ਤੇ ਹੱਸਦੀ ਆ ਉਹ ਇੱਕ ਮਾਂ ਹੀ ਹੁੰਦੀ ਆ. A mother starts loving her baby even before the birth of the child. Her love is selfless and does not expect anything in return. Sometimes ਆਪਾਂ ਉਹਨਾਂ ਨੂੰ ਦੁਖੀ ਕਰ ਦਿੰਦੇ ਆ ਤੇ ਜਦੋਂ ਆਪਾਂ ਉਹਨਾਂ ਨੂੰ ਦੁਖੀ ਕਰਦੇ ਆ ਉਹ ਆਪਣੇ ਤੇ ਸਾਰਾ ਬਲੇਮ ਲੈ ਲੈਂਦੇ ਆ ਤੇ ਆਪਣੀ ਪਰਵਰਿਸ਼ ਤੇ ਸ਼ੱਕ ਕਰਦੇ ਆ ਕਿ ਉਹਨਾਂ ਤੋਂ ਤਾਂ ਨਹੀਂ ਕੋਈ ਗਲਤੀ ਹੋਗੀ. When we hurt her, we lose a blessing and a year of her life also decreases. No mother should ever be disrespected because without her, you are nothing. Your mother should and always be your first priority. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵਾਓ, ਅਸੀਂ ਧੰਨਵਾਦੀ ਹਾਂ ਮਿਲਨ ਕੌਰ ਜੀ ਦੇ ਜਿਨ੍ਹਾਂ ਨੇ ਬਹੁਤ ਹੀ ਕੀਮਤੀ ਵਿਚਾਰ ਸੁਣਾਏ ਹਨ. ਤੁਸੀਂ ਸਾਡੇ YouTube ਚੈਨਲ ਗੁਰਗਿਆਨ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ ਹਰੇਕ ਵੀਡੀਓਜ਼ ਨੂੰ ਆਪਣੀ Facebook ਪ੍ਰੋਫਾਈਲ ਅਤੇ Instagram ਤੇ ਸ਼ੇਅਰ ਵੀ ਜ਼ਰੂਰ ਕਰਨਾ ਅਤੇ ਉਸ ਲਿੰਕ ਨੂੰ WhatsApp ਦੇ ਹਰੇਕ ਗਰੁੱਪ ਤੇ ਅਤੇ ਆਪਣੇ ਹਰੇਕ ਰਿਸ਼ਤੇਦਾਰਾਂ ਅਤੇ ਫਰੈਂਡਸ ਨੂੰ ਜ਼ਰੂਰ ਫਾਰਵਰਡ ਕਰਦੇ ਰਹਿਣਾ ਜੀ. ਜਿਹੜੇ ਵੀ ਪਰਿਵਾਰ ਸਾਡੇ ਗੁਰਗਿਆਨ ਦਾ ਨਗਾਰਾ ਪ੍ਰੋਗਰਾਮ ਦੇਖਦੇ ਹਨ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ. ਅਸੀਂ ਵਿਸ਼ੇਸ਼ ਧੰਨਵਾਦੀ ਹਾਂ ਉਹਨਾਂ ਬੱਚਿਆਂ ਅਤੇ ਨੌਜਵਾਨਾਂ ਦੇ ਜਿਹੜੇ ਸਾਡਾ ਇਹ ਸ਼ੋਅ ਦੇਖ ਕੇ ਨੋਟਸ ਬਣਾਉਂਦੇ ਹਨ. ਮੈਂ ਧੰਨਵਾਦੀ ਹਾਂ ਸਾਡੇ ਸਾਰੇ ਸਪੀਕਰਸ ਦੀ, ਸਾਡੇ ਦਰਸ਼ਕਾਂ ਦੀ ਅਤੇ ਸਪਾਂਸਰਸ ਦੀ. ਅਗਲੇ ਹਫਤੇ ਗੁਰਗਿਆਨ ਦਾ ਨਗਾਰਾ ਵਜਾਉਣ ਲਈ ਫਿਰ ਹਾਜ਼ਰ ਹੋਵਾਂਗੀ. ਤਦ ਤੱਕ ਲਈ ਗੁਰੂ ਫਤਿਹ ਜੀ, ਭੁੱਲਾਂ ਚੁੱਕਾਂ ਦੀ ਖਿਮਾ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ. ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਹਿਲ. ਫੋਨ ਨੰਬਰ 4033333313 ਅਤੇ ਈਮੇਲ chalhomes@gmail.com. ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ. ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ. ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com. IT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ. ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ. ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ. ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643 ਤਾਰਨ 604 897 0363. ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ. ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ. ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ. ਸੰਪਰਕ ਕਰਨ ਲਈ ਫੋਨ ਨੰਬਰ 4034702260. ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ. ਵਿਜ਼ਿਟ ਕਰੋ ਆਪਣਾ ਬਾਜ਼ਾਰ ਸੈਸਕਟੂਨ. ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ. ਹਿਮ ਹਿਮ ਵਰਸੈ ਅੰਮ੍ਰਿਤ ਧਾਰਾ
ਸ਼ਬਦ